ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੰਗਤ ਜੀ, ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਸਾਹਿਬ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੌੜੀ ਰਾਗ ਦੇ ਵਿੱਚ ਅਸ਼ਟਪਦੀਆਂ ਜਿਹੜੀਆਂ ਲੈ ਰਹੇ ਸੀਗੇ, ਉਹ 225 ਅੰਗ ਦੇ ਉੱਤੇ 10ਵੀਂ ਅਸ਼ਟਪਦੀ ਲੈਣੀ ਹੈ ਜੀ। ਮੇਰੇ ਖਿਆਲ 18 ਹੈਗੀਆਂ ਉਹਨਾਂ ਦੀਆਂ ਮਹਾਰਾਜ ਦੀਆਂ, 16 ਲੜੀ ਦੀਆਂ, ਸ਼ਾਇਦ 2 ਹੋਰ ਹੈਗੀਆਂ। ਗੌੜੀ ਮਹੱਲਾ ਪਹਿਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅੰਗ ਦੱਸੇ ਮਹਾਰਾਜ ਜੀ। ਅੰਗ 225 2 to 5। ਗੌੜੀ ਮਹੱਲਾ ਪਹਿਲਾ। ਚੋਆ ਚੰਦਨ ਅੰਕ ਚੜਾਵੋਂ, ਪਾਠ ਪਟੰਬਰ ਪਹਿਰ ਹੰਡਾਵੋਂ। ਆ ਕਿਸੇ ਦਾ ਮਾਈਕ ਖੁੱਲਾ ਹੈ ਜੀ, ਚਰਨਜੀਤ ਜੀ। ਚੋਆ ਚੰਦਨ ਅੰਕ ਚੜਾਵੋਂ, ਪਾਠ ਪਟੰਬਰ ਪਹਿਰ ਹੰਡਾਵੋਂ। ਬਿਨ ਹਰ ਨਾਮ ਕਹਾਂ ਸੁਖ ਪਾਵੋਂ। ਇਹ ਸ਼ਬਦ ਦੇ ਵਿੱਚ ਮਹਾਰਾਜ ਜਿਹੜੇ ਹੈਗੇ ਆ, ਦੇਖੋ ਇੱਥੇ ਚੋਆ ਚੰਦਨ ਲਿਖਿਆ, ਫਿਰ ਕਹਿੰਦੇ ਕਿਆ ਪੈਰੋਂ ਕਿਆ ਔੜ ਦਿਖਾਵੋਂ, ਬਿਨ ਜਗਦੀਸ਼ ਕਹਾਂ ਸੁਖ ਪਾਵੋਂ। ਕਾਨੀ ਕੁੰਡਲ ਗਲ ਮੋਤੀਓਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ। ਇਹ ਸਾਰੇ ਜਿਹੜੇ ਹੈਗੇ ਬਾਹਰ ਦੇ ਜਿਹੜੇ ਹੈਗੇ ਮਾਇਆ ਦੇ ਜਿਹੜੇ ਹੈਗੇ ਆ, ਪਦਾਰਥਾਂ ਦੇ ਜਿਹੜੇ ਹੈਗੇ ਦੁਨਿਆਵੀ ਜਿਹੜੇ ਸੁੱਖ ਹੈਗੇ, ਉਹਨਾਂ ਦੀ ਗੱਲ ਕਰ ਰਹੇ ਮਹਾਰਾਜ ਇਸ ਸ਼ਬਦ ਦੇ ਵਿੱਚ। ਤੇ ਕੰਪੇਅਰ ਕਰ ਰਹੇ ਆ ਕਿ ਨਾਮ ਵਾਲੇ ਜਿਹੜੇ ਸੁੱਖ ਦੇ ਨਾਲ ਕੰਪੈਰੀਜ਼ਨ ਕਰ ਰਹੇ। ਕਹਿੰਦੇ ਸੁੱਖ ਤਾਂ ਮਿਲ ਹੀ ਨਹੀਂ ਸਕਦਾ ਭਾਈ। ਇਹ ਜਿਹੜੇ ਹੈਗੇ ਦੁਨਿਆਵੀ ਸੁੱਖ ਜਿਹੜੇ ਹੈਗੇ ਇਹ ਛਣਿਕ ਹੈਗੇ, ਔਰ ਇਹਨਾਂ ਦੇ ਨਾਲ ਜਿਹੜਾ ਰੱਜ ਵੀ ਨਹੀਂ ਆਉਂਦਾ ਔਰ ਛੱਡ ਵੀ ਨਹੀਂ ਹੁੰਦੇ। ਇਹਦੇ ਬਾਰੇ ਜਿਹੜਾ ਕੰਪੇਅਰ ਕਰ ਰਹੇ ਮਹਾਰਾਜ। ਗੌੜੀ ਮਹੱਲਾ ਪਹਿਲਾ। ਲਿਵ ਵਾਲਾ ਰਸਤਾ ਤੇ ਮਾਇਆ ਵਾਲਾ ਰਸਤਾ, 2 ਹੀ ਰਸਤੇ ਹੈਗੇ, 2 ਹੀ ਰਸਤੇ ਬਣਾਏ ਮਾਲਕ ਪਰਮਾਤਮਾ ਨੇ। ਤੀਸਰਾ ਕੋਈ ਰਸਤਾ ਨਹੀਂ ਹੈ। ਜੇ ਬਣਾਊਗਾ ਤੇ ਆਪਾਂ ਚੱਲ ਉਸ ਰਸਤੇ ਨੂੰ ਵੀ ਦੇਖ ਲਾਂਗੇ। 2 ਹੀ ਰਸਤੇ ਬਣੇ ਹੋਏ ਆ ਭਾਈ। ਚੋਆ ਚੰਦਨ ਅੰਕ ਚੜਾਵੋਂ। ਅੰਕ ਕਹਿੰਦੇ ਆ ਆਪਣੇ ਸਰੀਰ ਦੇ ਉੱਤੇ, ਚੋਆ ਕਹਿੰਦੇ ਆ ਜਿਸ ਤਰ੍ਹਾਂ ਜਿਹੜਾ ਅੱਜ ਕੱਲ੍ਹ ਜਿਹੜਾ ਸਪਰੇਅ ਕਰਦੇ ਆ ਆਪਾਂ ਪ੍ਰੈਸ਼ਰ ਦੇ ਨਾਲ। ਉਦੋਂ ਸਪਰੇਅ ਨਹੀਂ ਹੁੰਦਾ ਸੀਗਾ, ਵੈਸੇ ਤਾਂ ਸੈਂਟ ਤਾਂ ਹੁੰਦੀ ਸੀਗੀ, ਉਹਨੂੰ ਚੋਆ ਕਹਿੰਦੇ ਸੀ। ਲਾ ਲੈਂਦੇ ਸੀ ਉਹਦੇ ਨਾਲ, ਰੂੰ ਦੇ ਨਾਲ। ਦਰਬਾਰ ਸਾਹਿਬ ਅੱਜ ਕੱਲ੍ਹ ਪਤਾ ਨਹੀਂ ਛਿੜਕਦੇ, ਪਹਿਲਾਂ ਰੂੰ ਦੇ ਨਾਲ ਉਹ ਲਾਉਂਦੇ ਸੀ ਸੈਂਟ ਮਹਾਰਾਜ ਦੇ ਰੁਮਾਲਿਆਂ ਨੂੰ, ਉਹਨੂੰ ਕਹਿੰਦੇ ਚੋਆ। ਫਿਰ ਚੰਦਨ ਵੀ ਲਾਉਂਦੇ ਸੀ, ਚੰਦਨ ਰਗੜ ਕੇ ਵੀ ਲਾਉਂਦੇ ਆ, ਟਿੱਕੇ ਲਾਉਂਦੇ ਆ। ਦੇਖੋ ਚੰਦਨ ਦੇ, ਚੰਦਨ ਤੋਂ ਵੀ ਖੁਸ਼ਬੂ ਆਉਂਦੀ ਹੈ, ਠੰਡਾ ਹੁੰਦਾ। ਚੋਆ ਚੰਦਨ ਅੰਕ ਚੜਾਵੋਂ, ਕਹਿੰਦੇ ਸਰੀਰ ਤੇ ਲਾਵਾਂ ਮੈਂ। ਪਾਠ ਪਟੰਬਰ ਪਹਿਰ ਹੰਡਾਵੋਂ। ਪਾਠ ਕਹਿੰਦੇ ਰੇਸ਼ਮੀ ਵਸਤਰ, ਪਾਠ ਕਹਿੰਦੇ ਉਹਨਾਂ ਨੂੰ। ਬਹੁਤ ਸਾਰੇ ਕਹਿੰਦੇ ਆ ਪਟੰਬਰ, ਪਾਠ ਪਟੰਬਰ ਕਹਿੰਦੇ ਬਥੇਰੇ ਜਿਹੜੇ ਆ ਕੀਮਤੀ ਵਸਤਰ ਪਾ ਕੇ ਤੇ ਉਹਨਾਂ ਨੂੰ ਮੈਂ ਹੰਡਾਵਾਂ, ਉਹਨਾਂ ਨੂੰ ਯੂਜ਼ ਕਰਾਂ। ਬਿਨ ਹਰ ਨਾਮ ਕਹਾਂ ਸੁਖ ਪਾਵੋਂ। ਪਾਵੋਂ ਲਿਖਿਆ ਸਾਰੇ ਆਪਣੇ ਵਾਸਤੇ ਕਹਿ ਰਹੇ ਆ ਮਹਾਰਾਜ, ਚੜਾਵੋ ਨਹੀਂ ਕਹਿਣਾ ਆਪਾਂ ਨੇ। ਜੇ ਚੜਾਵੋ ਪੜ੍ਹ ਲਿਆ ਤੇ ਫਿਰ ਗੱਲ ਜਿਹੜੀ ਹੈਗੀ ਜਿਹੜੀ ਭਟਕ ਜਾਵਾਂਗੇ ਆਪਾਂ, ਕਿਤੇ ਜਿਹੜਾ ਹੈਗਾ ਉਚਾਈ ਨੂੰ ਨਹੀਂ ਫੜ ਪਾਵਾਂਗੇ ਆਪਾਂ।
ਉਚਾਈ ਨੂੰ ਤਾਂ ਆਪਾਂ ਕੀ ਫੜਨਾ ਹੈ ਭਾਈ, ਆਪਾਂ ਤਾਂ ਜਿੰਨੀ ਕੁ ਮਹਾਰਾਜ ਜਿੰਨਾ ਕੁ ਗਿਆਨ ਬਖਸ਼ਦੇ ਆ, ਔਰ ਜੋ ਗਿਆਨ ਇੱਕ ਵਾਰੀ ਆ ਗਿਆ ਉਹ ਦੁਬਾਰਾ ਨਹੀਂ ਆਏਗਾ। ਅੱਜ ਜੋ ਆ ਗਿਆ ਕੱਲ ਨੂੰ ਨਹੀਂ ਆਏਗਾ। ਉਹ ਇੱਕ ਵਾਰੀ ਜਿਹੜੀ ਚੀਜ਼ ਹੋ ਗਈ ਉਹ ਹੋ ਗਈ ਬਸ। ਇਹ ਜਿੰਨੀ ਕਮਾਈ ਹੋਗੀ ਉਨੀ ਜਿਹੜੀ ਉਚਾਈ ਹੋਏਗੀ ਭਾਈ। ਔਰ ਬਗੈਰ ਕਮਾਈ ਦੇ ਤਾਂ ਗਿਆਨ ਜਿਹੜਾ ਹੈਗਾ ਇਹ ਤਾਂ ਫਿਰ ਜਿਹੜੇ ਸ਼ਾਬਦਿਕ ਅਰਥ ਹੋ ਜਾਣਗੇ, ਗ੍ਰਾਮਰ ਦੇ ਅਰਥ ਹੋ ਜਾਣਗੇ। ਔਰ ਬਾਣੀ ਜਿਹੜੀ ਹੈਗੀ ਚੌਥੇ ਪਦ ਦੀ ਹੈਗੀ, ਜਿਹੜੀ ਚੀਜ਼ ਚੌਥਾ ਪਦ ਜਿਹੜਾ ਹੈਗਾ ਅਧਿਆਤਮਿਕ ਜਿਹੜਾ ਹੈਗਾ, ਇਹ ਰਸਤੇ ਨੂੰ ਆਪਾਂ ਸ਼ਬਦਾਂ ਦੇ ਵਿੱਚ ਨਹੀਂ ਲੈ ਸਕਦੇ। ਇਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਾਣੀ ਨੇ ਕੋਸ਼ਿਸ਼ ਕੀਤੀ ਹੈ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੀ। ਔਰ ਜਦ ਤੱਕ ਆਪਾਂ ਕਮਾਈ ਨਹੀਂ ਕਰਦੇ ਤਦ ਤੱਕ ਇਹਦੇ ਭਾਵ ਜਿਹੜੇ ਹੈਗੇ, ਇਹ ਪਹੇਲੀ ਜਿਹੜੀ ਹੈ, ਬੁਝਾਰਤ ਜਿਹੜੀ ਹੈਗੀ, ਇਹ ਨਹੀਂ ਖੁੱਲੇਗੀ ਭਾਈ। ਜਿੰਨੀ ਕਮਾਈ ਕਰਾਂਗੇ ਓਨੀ ਹੀ ਖੁੱਲੀ ਜਾਏਗੀ। ਇਹ ਮੁੰਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਦੀ ਪਹਾੜ। ਆਹ ਮੁੰਦਾਵਣੀ ਪਈ ਹੋਈ ਹੈ ਭਾਈ, ਪਹੇਲੀ। ਕਿਉਂਕਿ ਅੱਖਰਾਂ ਦੀ ਲਿਮੀਟੇਸ਼ਨ ਹੈਗੀ, ਅੱਖਰਾਂ ਦੇ ਵਿੱਚ ਉਹ ਚੀਜ਼ ਆ ਹੀ ਨਹੀਂ ਸਕਦੀ। ਅੱਖਰਾਂ ਦੇ ਵਿੱਚ ਕਿਵੇਂ ਦੱਸ ਸਕਦੇ ਹਾਂ? ਕੋਈ ਦੇਖੋ ਸਵਾਦ ਹੈ, ਅੰਬ ਦਾ ਸਵਾਦ ਹੈ, ਕਿਸ ਤਰ੍ਹਾਂ ਦੱਸਾਂਗੇ ਅੱਖਰਾਂ ਦੇ ਵਿੱਚ? ਦੁਨਿਆਵੀ ਜਿਹੜਾ ਸਵਾਦ ਰਸ ਨਹੀਂ ਦੱਸ ਸਕਦੇ ਆਪਾਂ, ਤੇ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਉਹਨੂੰ ਉਸ ਰਸਤੇ ਨੂੰ ਜਿਹੜਾ ਹੈਗਾ ਉਹਨੂੰ ਡਿਫਾਈਨ ਕਰਾਂਗੇ ਆਪਾਂ ਕਿਸ ਤਰੀਕੇ ਦੇ ਨਾਲ। ਗੌੜੀ ਮਹੱਲਾ ਪਹਿਲਾ। ਚੋਆ ਚੰਦਨ ਅੰਕ ਚੜਾਵੋ, ਪਾਠ ਪਡੰਬਰ ਪਹਿਰ ਹੰਡਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ। ਕਹਿੰਦੇ ਕਿੱਥੇ ਸੁਖ, ਕਿੱਥੇ ਹੈਗਾ ਨਾਮ ਤੋਂ ਬਗੈਰ? ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ, ਨਾਮ ਤੋਂ ਬਗੈਰ ਸੁਖ ਪਾਇਆ ਹੀ ਨਹੀਂ ਮਾਲਕ ਪਰਮਾਤਮਾ ਨੇ। ਇੱਥੇ ਦੇਖੋ, ਬਿਨ ਹਰ ਨਾਮ ਕਹਾਂ ਸੁਖ ਪਾਵੋ। ਕਿੱਥੇ ਦੱਸੋ, ਕਿੱਥੇ ਹੈ ਸੁਖ? ਕਿਆ ਪਹਿਰੋਂ ਕਿਆ ਓੜ ਦਿਖਾਵੋ, ਕੀ ਪਾਵਾਂ, ਕੀ ਮੈਂ ਓੜ ਕੇ ਦਿਖਾਵਾਂ ਆਪਣੇ ਆਪ ਨੂੰ ਸੋਹਣਾ ਬਣਾ ਕੇ? ਮੈਂ ਕਾਹਦੇ ਵਾਸਤੇ? ਸਰੀਰ ਥੋੜੀ ਨਾ ਹੈਗਾ ਮੈਂ। ਕਿਆ ਪਹਿਰੋਂ ਕਿਆ ਓੜ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ। देखो ऊपर लिखा बिन हर नाम कहाँ सुख पावो, बिन जगदीश कहाँ सुख पावो। नाम किहदा? परमेश्वर ਦਾ ਨਾਮ ਹੈ। ਉਹ ਜਗਦੀਸ਼ ਨੂੰ, ਮਾਲਕ ਦੇ ਜਗ ਦੇ ਈਸ਼ ਜਿਹੜਾ ਹੈਗਾ, ਉਹਨੂੰ ਮਿਲਣਾ ਹੈ। ਉਹਨੂੰ ਕੀ ਮਿਲਣਾ ਹੈ? ਉਹ ਤਾਂ ਅੰਦਰ ਬੈਠਾ ਹੈ, ਆਪਾਂ ਬਾਹਰ ਗਏ ਹੋਏ ਹਾਂ। ਆਪਾਂ ਯੂ ਟਰਨ ਲੈਣਾ ਹੈ। ਬਿਨ ਜਗਦੀਸ਼ ਕਹਾਂ ਸੁਖ ਪਾਵੋ ਰਹਾਓ। ਆਈ ਦੇਖੋ, ਇੱਕ ਮਾਇਆ ਦਾ ਰਸਤਾ ਹੈਗਾ, ਇੱਕ ਲਿਵ ਦਾ ਰਸਤਾ ਹੈਗਾ, ਔਰ ਡੁਆਲਿਟੀ ਦੇ ਵਿੱਚ ਚੱਲ ਰਹੇ ਹਾਂ ਆਪਾਂ ਜਿਹੜੇ ਹੈਗੇ। ਉਹਨੂੰ ਛੱਡ ਨਹੀਂ ਪਾਉਂਦੇ, ਇੱਧਰ ਨੂੰ ਆ ਨਹੀਂ ਪਾਉਂਦੇ, ਬਸ ਆਸੀਲੇਟ ਹੋਈ ਜਾ ਰਹੇ। ਵਾਪਸ ਜਿਹੜੀ ਹੈ ਮਾਇਆ ਘੇਰ ਲੈਂਦੀ ਹੈ। ਵਾਪਸ ਜਿਹੜੇ ਉੱਥੇ ਜੋ ਲੀਹਾਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਹੀ ਜਿਹੜਾ ਹਰ ਦਿਨ ਜਿਹੜਾ ਹੈਗਾ ਆਪਣਾ ਗੁਜ਼ਰਦਾ ਹੈ। ਬਸ ਥੋੜ੍ਹਾ ਜਿਹਾ ਜਿਹੜਾ ਹੈਗਾ ਆਪਾਂ ਸਮਾਂ ਲਾ ਦਿੰਦੇ ਹਾਂ ਜਿਹੜਾ, ਉਸ ਤੋਂ ਬਾਅਦ ਵਾਪਸ ਦੇਖ ਲਓ ਆਪਣੇ ਜਿਹੜੇ ਹੈਗੇ ਆ, ਕੀ ਕਹਿ ਸਕਦੇ ਹਾਂ ਭਾਈ। ਕਿਆ ਪਹਿਰੋਂ ਕਿਆ ਓੜ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ ਰਹਾਓ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ। ਦੇਖ ਲਓ ਸੋਨੇ ਦੇ ਕੁੰਡਲ, ਕਿੱਥੇ ਕਿੱਥੇ ਜਿਹੜੇ ਹੀਰੇ ਵੀ ਲੱਗੇ ਹੁੰਦੇ ਆ, ਕਿੰਨੇ ਜਿਹੜੇ ਆ ਮਾਲਾ ਦੇਖ ਲਓ, ਗਲ ਦੇ ਵਿੱਚ ਹਾਰ, ਮੋਤੀ, ਸੁੱਚੇ ਮੋਤੀਆਂ ਦੀ, ਕੀਮਤੀ ਮੋਤੀਆਂ ਦੀ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ। ਨਿਹਾਲੀ ਕਹਿੰਦੇ ਆ ਜਿਹੜਾ ਵਿਛਾਉਣਾ, ਤਲਾਈ ਐਨੀ ਸੋਹਣੀ ਹੋਏ ਕਹਿੰਦੇ ਉੱਤੇ, ਗੁਲਾਲ ਫੁੱਲ ਹੋਣ, ਗੁਲਾਬੀ ਰੰਗ ਦੇ। ਬਿਨ ਜਗਦੀਸ਼ ਕਹਾਂ ਸੁਖ ਪਾਲਾ। ਕਹਿੰਦੇ ਮਾਲਕ ਪਰਮਾਤਮਾ ਦੀ ਭਗਤੀ ਤੋਂ ਬਗੈਰ ਸੁਖ ਨਾਮ ਦੀ ਚੀਜ਼ ਹੈ ਨਹੀਂ ਗੀ ਪਾਈ। ਨੈਣੀ ਸੁੰਦਰ ਨੈਣ ਸਲੋਨੀ ਸੁੰਦਰ ਨਾਰੀ, ਖੋੜ ਸਿੰਗਾਰ ਕਰੇ ਅਤ ਪਿਆਰੀ। ਆ ਦੇਖ ਲਓ ਭਾਈ, ਕਹਿੰਦੇ ਇੰਨੀ ਸੋਹਣੀ ਔਰਤ ਹੋਏ ਜਾਂ ਮਰਦ ਹੋਏ ਇੰਨਾ ਸੋਹਣਾ। ਨੈਣ ਸਲੋਨੀ ਸੁੰਦਰ ਨਾਰੀ, ਸੋਹਣੀਆਂ ਅੱਖਾਂ ਵਾਲੀ, ਮਨ ਨੂੰ ਮੋਹਣ ਵਾਲੀ,
ਖੋੜ ਸਿੰਗਾਰ ਕਰੇ ਅਤ ਪਿਆਰੀ। ਔਰ ਕਹਿੰਦੇ ਇੰਨਾ ਜ਼ਿਆਦਾ ਸਜਾਇਆ ਆਪਣੇ ਆਪ ਨੂੰ। ਖੋੜ ਕਹਿੰਦੇ ਆ ਬਹੁਤ ਜ਼ਿਆਦਾ, ਹੋਰ ਜ਼ਿਆਦਾ ਸ਼ਿੰਗਾਰ ਵੀ ਕੀਤਾ ਹੋਏ ਉਹਨੇ, ਵੱਧ ਤੋਂ ਵੱਧ ਸ਼ਿੰਗਾਰ ਕੀਤਾ ਹੋਏ, ਇੰਨੀ ਪਿਆਰੀ ਲੱਗੇ। ਨੈਣ ਸਲੋਨੀ ਸੁੰਦਰ ਨਾਰੀ, ਖੋੜ ਸਿੰਗਾਰ ਕਰੇ ਅਤ ਪਿਆਰੀ। ਬਿਨ ਜਗਦੀਸ਼ ਭਜੇ ਨਿਤ ਖੁਆਰੀ। ਕਹਿੰਦੇ ਭੋਗ ਵਿਲਾਸ ਜਿਹੜੇ ਹੈਗੇ ਬਗੈਰ ਮਾਲਕ ਪਰਮਾਤਮਾ ਦੀ ਭਗਤੀ ਤੋਂ ਕਹਿੰਦੇ ਖੁਆਰੀ ਹੈ ਭਾਈ। ਦਰਗਰ ਮਹਿਲਾ ਸੇਜ ਸੁਖਾਲੀ। ਕਿਤੇ ਮਹਿਲ ਹੋ ਜਾਏ ਇਨਸਾਨ ਦੇ, ਇੰਨਾ ਅਮੀਰ ਹੋ ਜਾਏ, ਵੱਡਾ ਦਰ ਹੋਏ, ਵੱਡਾ ਘਰ ਹੋਏ, ਉਹਦਾ ਮਹਿਲ ਹੋ ਜਾਏ। ਦਰ ਕਰ ਮਹਿਲਾ ਸੇਜ ਸੁਖਾਲੀ, ਇੰਨੀ ਸੋਹਣੀ ਸੁੱਖਾਂ ਵਾਲੀ ਸੇਜ ਹੋਏ, ਹਰ ਚੀਜ਼ ਅਵੇਲੇਬਲ ਹੋਏ, ਹਰੇਕ ਸੁੱਖ ਅਵੇਲੇਬਲ ਹੋਏ, ਦੁਨਿਆਵੀ ਪਦਾਰਥ ਸਾਰੇ ਹੋਣ। ਐਨਿਸ ਫੂਲ ਵਿਛਾਵੇ ਮਾਲੀ, ਰਾਤ ਦਿਨ ਮਾਲੀ ਲਿਆ ਕੇ ਤਾਜ਼ੇ ਫੁੱਲ ਗੁਲਾਬ ਦੇ ਜਿਹੜੇ ਸੋਹਣੇ ਫੁੱਲ ਵਿਛਾਏ। ਬਿਨ ਹਰ ਨਾਮ ਸੋ ਦੇਹ ਦੁਖਾਲੀ। ਕਹਿੰਦੇ ਨਾਮ ਤੋਂ ਬਗੈਰ ਪਿਆਰਿਆ ਦੇਹ ਦੁਖਾਲੀ ਕਿਉਂ ਲਿਖਿਆ ਹੈ? ਨਾਮ ਤੋਂ ਬਗੈਰ ਇਹ ਦੇਹ ਦੁਖੀ ਰਹੇਗੀ ਤੇਰੀ। ਇਹ ਸਰੀਰ ਮਿਲਿਆ ਹੋਇਆ ਤੈਨੂੰ ਜਿਹੜਾ ਹੈਗਾ ਇਹ ਦੁੱਖ ਵੱਲ ਨੂੰ ਹੀ ਜਾਏਗਾ ਨਾਮ ਤੋਂ ਬਗੈਰ। ਤੇਰੀਆਂ ਗਿਆਨ ਇੰਦਰੀਆਂ, ਤੇਰੀਆਂ ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਨਹੀਂ ਟਿਊਨ ਹੋਣਗੀਆਂ, ਇਹ ਬਾਹਰ ਮੁਖੀ ਰਹਿਣਗੀਆਂ ਜੇ ਆ ਪਦਾਰਥਾਂ ਦੇ ਵਿੱਚ ਜਾਏਗਾ ਤੇ। ਦੇਹ ਦੁਖਾਲੀ ਜਿਹੜੀ ਹੈ ਨਾ, ਇਹ ਜਹੀ ਰੁੱਤ ਕਾਇਆ ਸੁਖ ਤੇਹੋ ਜਿਹੀ ਦੇਹੀ। ਇਹ ਵੀ ਪਹਿਲੀ ਪਾਤਸ਼ਾਹੀ ਦਾ ਸ਼ਬਦ ਹੈਗਾ। ਉਹਦੇ 'ਚ ਆਉਂਦਾ ਮਤਲਬ ਮਲਹਾਰ ਰਾਗ ਦੇ ਵਿੱਚ ਸਭ ਤੋਂ ਪਹਿਲਾ ਸ਼ਬਦ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਇੱਥੋਂ ਸ਼ੁਰੂ ਹੁੰਦਾ ਹੈ ਪਾਏ। ਆਹ ਸਾਰੀ ਦੇਖ ਲਓ, ਸਾਰੇ ਦੇ ਸਾਰੇ ਆ ਮਹਾਰਾਜ ਜਿਹੜੇ ਆਪਾਂ ਸ਼ਬਦ ਲੈ ਰਹੇ ਹਾਂ, ਸੇਮ ਚੀਜ਼ ਸੇਮ ਕਹਿ ਰਿਹਾ ਸ਼ਬਦ। ਉੱਥੇ ਕਹਿੰਦੇ ਆ ਆਪਾਂ ਉਹ ਸ਼ਬਦ ਵੀ ਲਈਏ ਅਤੇ ਇੱਥੇ ਵਾਪਸ ਆਵਾਂਗੇ ਆਪਾਂ। ਇਹ ਚੌਥੇ ਬੰਦ ਕਰ ਲਿਆ ਆਪਾਂ ਨੇ, ਚੌਥੇ ਬੰਦ 'ਤੇ ਆ ਜਾਵਾਂਗੇ ਵਾਪਸ। ਚੋਆ ਚੰਦਨ ਅੰਗ ਚੜਾਵੋ, ਸੇਮ ਉੱਥੇ ਵੀ ਉਹੀ ਚੀਜ਼ ਹੈ। ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਅੰਗ ਜੀ 1254 ਅੰਗ ਦੇ ਉੱਤੇ ਹੈਗਾ ਸ਼ਬਦ। ਕੱਢ ਲੈਣਾ ਪਲੀਜ਼ ਜੇ ਰਹੱਸ ਲੈਣਾ ਤੇ। ਹਾਂਜੀ, ਖਾਣਾ ਪੀਣਾ ਖੱਖਾ ਪੱਪਾ ਹਾਹਾ ਸੱਸਾ, ਖਾਣਾ ਪੀਣਾ ਹੱਸਣਾ ਸੋਣਾ ਬਿਲਕੁਲ ਸਿਸਟੇਮੈਟਿਕ ਹੈ। ਰਾਗ ਮਲਹਾਰ, ਮੈਂ ਜਦ ਤੱਕ ਉੱਪਰ ਥੋੜ੍ਹਾ ਜਿਹਾ ਕਰਦੇ ਹਾਂ, ਤੁਸੀਂ ਕੱਢ ਲਓ। ਰਾਗ ਮਲਹਾਰ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ। ਘਰ ਪਹਿਲੇ ਦੇ ਵਿੱਚ ਗਾਉਣਾ ਹੈ। ਘਰ ਪਹਿਲੇ ਗਾਉਣਾ ਕੀ? ਘਰ ਪਹਿਲੇ ਦੇ ਵਿੱਚ ਇਹਨੂੰ ਵਿਚਾਰ ਕਰਨੀ ਹੈ। ਘਰ ਦਾ ਮਤਲਬ ਹੁੰਦਾ ਹੈ ਬਈ ਜਿਹੜੀ ਲਾਈਨ ਲਈ ਹੈ ਆਪਾਂ ਨੇ, ਇਹਨੂੰ ਪੂਰੀ ਲਾਈਨ ਨੂੰ ਪੜ੍ਹੋ। ਜਿੱਥੇ ਤੱਕ ਦੋ ਡੰਡੀਆਂ ਆਉਂਦੀਆਂ ਪੂਰੀ ਪੜ੍ਹ ਕੇ ਉਸ ਤੋਂ ਬਾਅਦ ਉਹਦੇ ਅਰਥ ਕਰੋ, ਉਹਦੇ ਪੂਰੀ ਲਾਈਨ ਦੇ ਇਕੱਠੇ ਅਰਥ ਕਰੋ। ਇਹ ਘਰ ਪਹਿਲਾ ਇੱਕ ਘਰ ਦੇ ਵਿੱਚ, ਸਾਰਾ ਇੱਕ ਘਰ ਦੇ ਵਿੱਚ ਆ, ਸਾਰਾ ਕੁਝ ਇੱਕ ਘਰ ਦੇ ਅੰਦਰ ਹੈ। ਜਿੱਥੇ ਘਰ ਦੂਜਾ ਹੋ ਜਾਏ ਤੇ ਉਹਨੂੰ ਦੋ ਭਾਗ ਕਰਨੇ ਪੈਣੇ। ਸੌਣਾ ਰਾਗ ਮਲਹਾਰ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ। ਇੱਕ ਓਂਕਾਰ ਸਤਿਗੁਰ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਦੇਖ ਲਓ ਸਿਸਟੇਮੈਟਿਕ ਹੈ। ਖਾਣੇ ਆਪਾਂ, ਪੀਂਦੇ ਹਾਂ, ਫਿਰ ਹੱਸਦੇ ਹਾਂ। ਦੇਖ ਲਓ ਕੋਈ ਪਾਰਟੀ ਹੁੰਦੀ ਹੈ, ਇਹ ਸੇਮ ਸਿਸਟੇਮੈਟਿਕ ਗੱਲ ਹੁੰਦੀ ਹੈ। ਖਾਣਾ ਪੀਣਾ ਹੱਸਣਾ, ਫਿਰ ਸੌਂ ਜਾਂਦੇ ਆ ਕੇ। ਵਿਸਰ ਗਿਆ ਹੈ ਮਰਨਾ।
ਸਾਰਾ ਬਿਲਕੁਲ ਮਾਇਆ ਦਾ ਜਿਹੜਾ ਹੈਗਾ, ਜਿਸ ਤਰੀਕੇ ਨਾਲ ਆਪਣਾ ਰੂਟੀਨ ਹੁੰਦਾ ਹੈ, ਦੇਖ ਲਓ ਬਿਲਕੁਲ ਸਿਸਟੇਮੈਟਿਕ ਲਿਖਿਆ ਹੋਇਆ। ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਨਾਮ ਵਿਸਾਰ ਦਿੱਤਾ, ਵੀ ਮਰਨਾ ਵੀ ਭੁੱਲ ਗਿਆ। ਵੀ ਇਹ ਇਸ ਤਰ੍ਹਾਂ ਜਿਹੜਾ ਜਿਵੇਂ ਜਿਹੜੇ ਆਪਾਂ ਭੋਗ ਵਿਲਾਸ ਕਰ ਰਹੇ ਹਾਂ, ਜਿਵੇਂ ਆਪਾਂ ਖਾ ਰਹੇ, ਪੀ ਰਹੇ, ਹੱਸ ਰਹੇ ਹਾਂ, ਕਹਿੰਦੇ ਇਹ ਹਮੇਸ਼ਾ ਰਹਿ ਜਾਏਗਾ। ਕਦ ਤੱਕ ਚੱਲੂਗਾ ਦੱਸ? ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ, ਖਸਮ ਤਾਂ ਵਿਸਾਰਤਾ, ਮਰਨਾ ਹੀ ਭੁੱਲ ਗਿਆ ਤੇ ਖਸਮ ਕਿਵੇਂ ਯਾਦ ਆਊਗਾ? ਖਸਮ ਵਿਸਾਰ ਖੁਆਰੀ ਕੀਨੀ, ਕਹਿੰਦੇ ਖੁਆਰੀ ਕੀਤੀ ਭਾਈ। ਆਪਣੇ ਸਵਾਸ ਗਵਾ ਲਏ। ਸਰੀਰ ਜਿਹੜਾ ਹੈਗਾ, ਜਿੱਥੇ ਕਿੱਥੇ ਜਿਹੜਾ ਹੈ ਪਰਮਾਤਮਾ ਦੇ ਵੱਲ ਨੂੰ ਲੱਗਣਾ ਸੀਗਾ, ਕਿੱਥੇ ਸੁੱਖ ਪ੍ਰਾਪਤ ਕਰਨਾ ਸੀਗਾ, ਤੇ ਤੂੰ ਤਾਂ ਜਿਹੜਾ ਹੈਗਾ ਖੁਆਰ ਹੋ ਗਿਆ। ਜਿਹੜਾ ਤੂੰ ਤਾਂ ਜਿਹੜਾ ਹੈਗਾ ਆਉਗੁਣ ਇਕੱਠੇ ਕਰ ਲਏ, ਤੂੰ ਤਾਂ ਜਿਹੜਾ ਹੈਗਾ ਕਾਲਕ ਇਕੱਠੀ ਕਰ ਲਈ, ਕਾਰਨ ਸਰੀਰ ਵਧਾ ਲਿਆ। ਤੂੰ ਤਾਂ ਜੂਨਾਂ ਦੇ ਵਿੱਚ ਜਾ ਕੇ ਭੁਗਤਾਨ ਕਰਨ ਦੀ ਤਿਆਰੀ ਕਰ ਲਈ ਹੈ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਤਿਕਾਰਿਆ ਐਸਾ ਜੀਵਨ, ਇਹ ਥੋੜੀ ਨਾ ਰਹੇਗਾ ਭਾਈ, ਹਮੇਸ਼ਾ ਰਹੇਗਾ ਇਹ। ਬਿਲਕੁਲ ਦੇਖੋ, ਆਪਣਾ ਝਾਤੀ ਮਾਰ ਕੇ ਦੇਖ ਲਓ, ਆਪਣੇ ਉੱਤੇ ਦੇਖ ਲਓ, ਬਾਕੀ ਦੁਨੀਆ ਦੇ ਵਿੱਚ ਦੇਖ ਲਓ, ਆਹੀ ਕੁਛ ਹੋ ਰਿਹਾ। ਖਾਣਾ ਪੀਣਾ, ਹੱਸਣਾ, ਸਭ ਤੋਂ ਪਹਿਲਾ ਸ਼ਬਦ ਲਿਆ ਮਲਹਾਰ ਰਾਗ ਦੇ ਵਿੱਚ। ਅੱਗੇ ਜਾ ਕੇ ਮਹਾਰਾਜ ਗਿਆਨ ਦੇ ਰਿਹਾ, ਆਖਰੀ ਉਹਦੇ 'ਚ ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਏਕੋ ਨਾਮ ਧਿਆਵੋ। हे ਇਨਸਾਨ, ਪ੍ਰਾਣ ਸ਼ਕਤੀ ਦੇ ਮਾਲਕ ਆ ਤੂੰ। ਪ੍ਰਾਣ ਸ਼ਕਤੀ ਹੈ ਤੇਰੇ ਕੋਲ, ਮਾਲਕ ਨੇ ਦਿੱਤੀ ਹੋਈ। ਨਾਮ ਨੂੰ ਧਿਆਉਣਾ ਕਰ ਪਿਆਰਿਆ, ਨਾਮ ਦਾ ਧਿਆਨ ਕਰ। ਨਾਮ ਦੇ ਨਾਲ ਧਿਆਨ ਕਰ, ਮਾਲਕ ਪਰਮਾਤਮਾ ਦੇ ਵਿੱਚ ਧਿਆਨ ਸਿਮਰਨ ਕਰ। ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਓ ਰਹਾਓ। ਅਸੀਂ ਜੀ 1254 ਅੰਗ ਦੇ ਉੱਤੇ ਲੈ ਰਹੇ ਹਾਂ। 2 ਰਸਤੇ ਹੈਗੇ, ਇੱਕ ਲਿਵ ਦਾ ਰਸਤਾ ਹੈ, ਇੱਕ ਤਾਤ ਆਪਣੇ ਜਿਹੜਾ ਹੈਗਾ ਤਾਤ ਵਾਲਾ ਰਸਤਾ ਹੈ, ਮੈਟਰ ਵਾਲਾ, ਸਵਾਦਾਂ ਵਾਲਾ, ਪਦਾਰਥਾਂ ਵਾਲਾ, ਸਰੀਰ ਦੇ ਨਾਲ ਭੋਗ ਵਿਲਾਸ ਦਾ ਰਸਤਾ ਹੈ। ਉਹਦੇ ਵਾਸਤੇ ਮਹਾਰਾਜ ਜੀ ਗਿਆਨ ਦੇ ਰਹੇ। ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਇਹ ਥੋੜ੍ਹਾ ਜਿਹਾ ਅਸੀਂ ਰਿਪੀਟ ਕੀਤਾ ਹੈ ਕਿਉਂਕਿ ਨਵੇਂ ਆਏ। ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਓ। ਕਹਿੰਦੇ ਆ ਕੰਮ ਕਰਨ ਵਾਲਾ ਹੈ ਪਿਆਰਿਆ। ਪ੍ਰਾਣ ਹੈਗੇ ਤੇਰੇ ਕੋਲ, ਜਦ ਤੱਕ ਪ੍ਰਾਣ ਹੈਗੇ ਤੇਰੇ ਸਾਹ ਚੱਲ ਰਹੇ, ਸਰੀਰ ਹੈਗਾ ਤੇਰੇ ਕੋਲ, ਗਿਆਨ ਇੰਦਰੀਆਂ ਕਰਮ ਇੰਦਰੀਆਂ ਹੈਗੀਆਂ ਤੇਰੀ ਇੰਟੈਕਟ। ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਓ। ਆਪਣੇ ਘਰ ਜਾ, ਤੇਰਾ ਘਰ ਜਿੱਥੋਂ ਤੂੰ ਆਇਆ ਹੈ ਪਿਆਰਿਆ, ਤੂੰ ਆਤਮਾ ਦੇ ਵਿੱਚੋਂ ਆਇਆ, ਤੇਰਾ ਸਪੌਟ ਹੈ ਮਾਲਕ ਪਰਮਾਤਮਾ ਦੇ ਨਾਲ। ਆਪਣੀ ਪਤ ਸੇਤੀ ਕਰ ਜਾਵੋ ਰਹਾਓ। ਤੁਧਨੋਂ ਸੇਵੈ ਤੁਝ ਕਿਆ ਦੇਵੈ, ਮੰਗੇ ਲੈਵੇਂ ਰਹੇ ਨਹੀਂ। ਆਪਾਂ ਮਾਲਕ ਦੀ ਜਿਹੜਾ ਨਾਮ ਤੇ ਆਉਂਦੇ ਹਾਂ, ਮਾਲਕ ਦੀ ਸੇਵਾ ਜਿਹੜੀ ਹੈਗੀ, ਇਹ ਮਾਲਕ ਨੂੰ ਯਾਦ ਕਰਦੇ ਹਾਂ। ਕਹਿੰਦੇ ਤੈਨੂੰ ਕੀ ਦੇ ਦਿੰਦੇ ਆ? ਤੁਧਨੋਂ ਸੇਵੈ ਤੁਝ ਕਿਆ ਦੇਵੈ, ਦੱਸ। ਆਪਾਂ ਦੇਖੋ, ਆਪਾਂ ਭਗਤੀ ਕਰ ਰਹੇ ਹਾਂ ਤਾਂ ਮਾਲਕ ਨੂੰ ਕੀ ਦੇ ਰਹੇ ਆਪਾਂ? ਮਾਲਕ ਦਾ ਸਵਾਸ ਹੈ, ਮਾਲਕ ਦੇ ਸਰੀਰ ਹੈ, ਮਾਲਕ ਦਾ ਸਾਰਾ ਕੁਝ ਦਿੱਤਾ ਹੋਇਆ। ਆਪਾਂ ਕੀ ਉਹਨੂੰ ਅਰਪਣ ਕਰ ਰਹੇ ਹਾਂ? ਆਪਣੇ ਵੱਲੋਂ ਕੀ ਦੇ ਰਹੇ ਹਾਂ ਆਪਾਂ? ਤੁਧਨੋਂ ਸੇਵੈ ਤੁਝ ਕਿਆ ਦੇਵੈ, ਮੰਗੇ ਲੈਵੇਂ ਰਹੇ ਨਹੀਂ। ਉਹ ਮੰਗਦੇ ਹੀ ਆ, ਲੈ ਲੈਂਦੇ ਆ, ਇਸ ਰਹਿੰਦੇ ਤਾਂ ਹੈ ਨਹੀਂ ਆਪਾਂ। ਇਹ ਮੰਗਣਾ ਹੈ ਮਾਲਕ ਕੋਲੋਂ, ਕਿਉਂਕਿ ਉਹ ਦਾਤਾ ਹੈਗਾ। ਪਰ ਆਪਾਂ ਦਾਤਾ ਸਮਝਦੇ ਨਹੀਂ ਆ, ਆਪਾਂ ਤਾਂ ਪਦਾਰਥ ਹੀ ਸਮਝਦੇ ਹਾਂ ਬਸ। ਦਾਤ ਪਿਆਰੀ ਵਿਸਰਿਆ ਦਾਤਾਰਾ। ਤੁਧਨੋਂ ਸੇਵੈ ਤੁਝ ਕਿਆ ਦੇਵੈ, ਮੰਗੇ ਲੈਵੇਂ ਰਹੇ ਨਹੀਂ। ਤੂੰ ਦਾਤਾ ਜੀਆਂ ਸਭਨਾ ਕਾ, ਜੀਆਂ ਅੰਦਰ ਜੀਓ ਤੂੰ ਹੀ। ਕਹਿੰਦੇ ਤੂੰ ਤਾਂ ਦਾਤਾ ਹੈ ਮਾਲਕ, ਸਾਰੇ ਜੀਵਾਂ ਦਾ ਦਾਤਾ ਹੈ। ਜਿੰਨੇ ਵੀ ਜੀਵ ਹੈਗੇ ਸਾਰਿਆਂ ਦਾ ਤੂੰ ਹੀ ਮਾਲਕ ਹੈਗਾ। ਔਰ ਮਾਲਕਾ ਤੂੰ ਤਾਂ ਜੀਓ ਤਤ ਹੈ ਹੀ ਤੂੰ। ਅਸੀਂ ਕੀ ਹੈਗੇ? ਅਸੀਂ ਤਾਂ ਕੁਛ ਵੀ ਨਹੀਂ ਹੈਗੇ। ਜੀਓ ਤਾਂ ਤੂੰ ਹੈਗਾ।
ਜੀਆਂ ਅੰਦਰ ਜਿਉ ਤੂੰ ਹੀ, ਜੀਆਂ ਦੇ ਅੰਦਰ ਜਾਨ ਤਾਂ ਤੂੰ ਹੀ ਹੈਗਾ ਮਾਲਕਾ। ਤੁਧਨੋਂ ਸੇਵੇਂ ਤੁਝ ਕਿਆ ਦੇਵੇਂ, ਮਾਂਗੇ ਲੇਵੇਂ ਰਹੇ ਨਹੀਂ, ਤੂੰ ਦਾਤਾ ਜੀਆਂ ਸਭਨਾ ਕਾ, ਜੀਆਂ ਅੰਦਰ ਜਿਉ ਤੂੰ ਹੀ। ਗੁਰਮੁਖ ਧਿਆਵੋ, ਗੁਰਮੁਖ ਧਿਆਵੇਂ ਸੇ ਅੰਮ੍ਰਿਤ ਪਾਵੇਂ। ਸੇ ਲਿਖਤਾ, ਕੰਡੀਸ਼ਨ ਦੇ ਦਿੱਤੀ ਮਹਾਰਾਜ ਨੇ। ਦੇਖ ਪਾਏ ਗੁਰੂ ਦੇ ਰਾਹੀਂ ਆ ਗਿਆਨ ਹੈਗਾ, ਇਹ ਗਿਆਨ ਗੁਰੂ ਹੈ, ਆਤਮਾ ਦਾ ਉਪਦੇਸ਼ ਹੈ ਇਹਦੇ ਵਿੱਚ, ਇਹ ਸੁਖ ਦਾ ਉਪਦੇਸ਼ ਹੈਗਾ। ਗੁਰਮੁਖ ਧਿਆਵੇਂ, ਜਿਨ੍ਹਾਂ ਦਾ ਮੁਖ ਗੁਰੂ ਵਾਲੇ ਆ, ਜਿਹੜੇ ਗੁਰੂ ਦੀ ਆਗਿਆ ਮੰਨਦੇ ਆ। ਗੁਰਮੁਖ ਧਿਆਵੇਂ, ਬੋਲ ਨਿਕਲਿਆ ਨਹੀਂ ਤੇ ਜਿਹੜਾ ਹੈਗੇ ਉਹ ਉਸੇ ਵੇਲੇ ਇੰਪਲੀਮੈਂਟ ਕਰ ਲੈਂਦੇ ਆ। ਗੁਰਮੁਖ ਧਿਆਵੇਂ ਸੇ ਅੰਮ੍ਰਿਤ ਪਾਵੇਂ, ਕਹਿੰਦੇ ਉਹ ਅੰਮ੍ਰਿਤ ਪਾ ਲੈਂਦੇ ਆ ਭਾਈ, ਅੰਮ੍ਰਿਤ ਤੱਕ ਪਹੁੰਚ ਜਾਂਦੇ ਆ। ਆਹੀ ਤਾਂ ਟਾਰਗੇਟ ਹੈ ਆਪਣਾ, ਅੰਮ੍ਰਿਤ ਤੱਕ। ਸਹੀ ਸੂਚੇ ਹੋ ਹੀ ਉਹੀ ਸੁੱਚੇ ਹੁੰਦੇ ਆ, ਸੁੱਚੇ ਹੋਏ ਬਗੈਰ ਅੰਮ੍ਰਿਤ ਨਹੀਂ ਮਿਲਣਾ। ਕਿਉਂਕਿ ਦੇਖੋ ਆਪਣੇ ਅੰਦਰ ਜਿਹੜਾ ਹੈਗਾ ਵਿਸ਼ੇ ਵਿਕਾਰ ਜਿਹੜੇ ਹੈਗੇ, ਇਹਨਾਂ ਦਾ ਜਲ ਆਪਣਾ ਹਿਰਦੇ ਕਮਲ ਮੁੱਦਾ ਪਿਆ, ਇਹਦੇ ਵਿੱਚ ਵਿਸ਼ੇ ਵਿਕਾਰਾਂ ਦਾ ਜਲ ਆ। ਉਹਦੇ ਵਿੱਚ ਹੁਣ ਅੰਮ੍ਰਿਤ ਪਾ ਦਈਏ ਆਪਾਂ। ਤੁਸੀਂ ਦੇਖੋ ਕੋਈ ਭਾਂਡਾ ਹੈਗਾ, ਕੋਈ ਭਾਂਡਾ ਜਿਹੜਾ ਹੈਗਾ ਗੰਦੇ ਭਾਂਡੇ ਦੇ ਵਿੱਚ ਕੋਈ ਵੀ ਚੀਜ਼, ਦੁੱਧ ਪਾ ਦਿਓ ਗੰਦੇ ਭਾਂਡੇ 'ਚ, ਘਿਓ ਪਾ ਦਿਓ ਗੰਦੇ ਭਾਂਡੇ 'ਚ, ਕੋਈ ਵੀ ਵਸਤੂ ਪਾ ਦਿਓ, ਦੇਖ ਲਓ ਕੀ ਹੁੰਦਾ ਉਹਦਾ, ਖਾਣ ਜੋਗੀ ਰਹਿੰਦੀ ਨਹੀਂ ਹੈ। ਫਿਰ ਅੰਮ੍ਰਿਤ ਕਿਵੇਂ ਆ ਜਾਏਗਾ ਭਾਈ? ਜਦ ਤੱਕ ਜਿਹੜੇ ਹੈਗੇ ਵਿਸ਼ੇ ਵਿਕਾਰ ਜਿਹੜੇ ਹੈਗੇ, ਇਹ ਗੰਦਗੀ ਜਿਹੜੀ ਹੈਗੀ, ਇਹ ਭਾਂਡਾ ਖਾਲੀ ਨਹੀਂ ਕਰਦੇ, ਸਾਫ਼ ਨਹੀਂ ਕਰਦੇ। ਭਾਂਡਾ ਧੋਏ ਤੂਪ ਬੈਸ ਦੇਵੋ, ਤਉ ਦੂਧੇ ਕੋ ਜਾਵੋ। ਇਹ ਵੀ ਸੂਹੀ ਰਾਗ ਦਾ ਪਹਿਲਾ ਸ਼ਬਦ ਹੈਗਾ। ਕਿਉਂਕਿ ਆਪਾਂ ਕਹਿੰਦੇ ਪ੍ਰਾਪਤੀ ਨਹੀਂ ਹੋ ਰਹੀ, ਆਪਾਂ ਕਹਿੰਦੇ ਜੀ ਪ੍ਰਾਪਤੀ ਕਿਵੇਂ ਹੋਏ ਪਿਆਰੇ? ਗਾਰਬੇਜ ਤਾਂ ਕੱਢਣਾ ਅੰਦਰੋਂ। ਗੁਰਮੁਖ ਧਿਆਵੇਂ ਸੇ ਅੰਮ੍ਰਿਤ ਪਾਵੇਂ, ਸਹੀ ਸੂਚੇ ਹੋਈ। ਕਿਵੇਂ? ਐਨਿਸ ਨਾਮ ਜਪੋਰੇ ਪ੍ਰਾਣੀ, ਮੈਲੇ ਹੱਚੇ ਹੋਈ। ਲਓ ਦੇਖ ਲਓ, ਐਨਿਸ ਰਾਤ ਦਿਨ। ਵਾਹਿਗੁਰੂ ਜੀ, ਗਾਰਬੇਜ ਵੀ ਨਾਮ ਜਪਣਾ ਨਿਕਲਣਾ ਜੀ? ਬਿਲਕੁਲ ਬਿਲਕੁਲ ਨਿਕਲਣਾ ਹੈ। ਉਹਦੇ ਨਾਲ ਤਾਂ ਹੀ ਤਾਂ ਕਹਿ ਰਿਹਾ ਐਨਿਸ ਨਾਮ ਜਪੋਰੇ ਪ੍ਰਾਣੀ, ਰਾਤ ਦਿਨ ਆਹ ਕੰਮ ਕਰਨ ਵਾਲਾ ਹੈ। ਕਿੱਥੇ ਖਾਣਾ ਪੀਣਾ ਹੱਸਣਾ ਸੌਣੇ ਦੇ ਪਿੱਛੇ ਗੁੰਮ ਹੋਇਆ ਪਿਆ ਹੈ। ਐਨਿਸ ਨਾਮ ਜਪੋਰੇ ਪ੍ਰਾਣੀ। ਆਪਾਂ ਤਾਂ ਜਿਹੜੇ ਹੈਗੇ ਆ, ਆਪਾਂ ਨੇ ਤਾਂ ਚੋਇਸ ਵੀ ਨਹੀਂ ਕੀਤੀ, ਆਪਾਂ ਨੇ ਚੋਇਸ ਨਹੀਂ ਕੀਤੀ। ਖਾਲੀ ਅੰਦਰੋਂ ਉੱਪਰੋਂ ਅੱਧੇ ਉੱਧਰ ਬਸ। ਆਪਾਂ ਤਾਂ ਓਰੀਐਂਟ ਵੀ ਨਹੀਂ ਹੋਏ ਨਾ। ਐਨਿਸ ਨਾਮ ਜਪੋਰੇ ਪ੍ਰਾਣੀ, ਮੈਲੇ ਹੱਛੇ ਹੋਹੀ। ਆਖਰੀ ਜਿਹੜਾ ਬੰਦ ਆ ਗਿਆ, ਜਿਹੀ ਰੁੱਤ ਕਾਇਆ ਸੁਖ ਤੇਹਾ, ਤੇਹੋ ਜਿਹੀ ਦੇਹੀ। ਓਹੋ, ਦੋ ਰੁੱਤਾਂ ਹੈਗੀਆਂ ਭਾਈ ਗੁਰਬਾਣੀ ਦੇ ਅਨੁਸਾਰ, ਦੋ ਰੁੱਤਾਂ ਹੈਗੀਆਂ। ਇੱਕ ਰੁੱਤ ਹੈਗੀ ਆ ਅੰਮ੍ਰਿਤ ਵਾਲੀ ਰੁੱਤ, ਨਾਮ ਵਾਲੀ ਰੁੱਤ, ਲਿਵ ਵਾਲੀ ਰੁੱਤ। ਦੂਸਰੀ ਰੁੱਤ ਹੈਗੀ ਮਾਇਆ ਵਾਲੀ ਰੁੱਤ। ਆਪਸ਼ਨ ਆਪਣੇ ਕੋਲ ਹੈ, ਚੋਇਸ ਆਪਣੀ ਹੈਗੀ, ਕਿਹੜੀ ਰੁੱਤ ਦੇ ਥੱਲੇ ਜਾਣਾ ਹੈ ਆਪਾਂ ਨੇ, ਕਿਹੜੀ ਰੁੱਤ ਦੇ ਵਿੱਚ ਜਾਣਾ ਹੈ। ਜਿਹੀ ਰੁੱਤ ਕਹਿੰਦੇ ਤੇਰੀ ਆਪਸ਼ਨ ਤੇਰੇ ਕੋਲ ਹੈ। ਜਿਹੜੀ ਰੁੱਤ ਤੇਰੇ ਅੰਦਰ ਹੋਏਗੀ ਪਿਆਰਿਆ, ਉਸੇ ਰੁੱਤ ਦਾ ਤੈਨੂੰ ਲਾਭ ਮਿਲਣਾ ਹੈ। ਤੇਰਾ ਸਰੀਰ ਕਾਇਆ ਸੁਖ ਤੇਹਾ, ਕਾਇਆ ਨੂੰ ਸੁਖ ਉਹੀ ਮਿਲਣਾ ਹੈ। ਜੇ ਤੂੰ ਜਿਹੜਾ ਹੈਗਾ ਮਾਇਆ ਵੱਲ ਨੂੰ ਜਾ ਰਿਹਾ ਹੈ, ਤੇਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ, ਕਾਇਆ ਕਿਉਂ ਕਿਹਾ? ਕਿਉਂਕਿ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੇਹੋ ਜਿਹੀ ਦੇਹੀ, ਉਹੀ ਜੀ ਤੇਰੀ ਦੇਹੀ ਬਣ ਜਾਣੀ ਹੈ। ਤੇਰੀਆਂ ਗਿਆਨ ਇੰਦਰੀਆਂ, ਤੇਰੀਆਂ ਕਰਮ ਇੰਦਰੀਆਂ ਉਸੇ ਤਰੀਕੇ ਨਾਲ ਟਿਊਨ ਹੋ ਜਾਣੀਆਂ। ਜੇ ਭੋਗ ਵਿਲਾਸ ਦੇ ਵਿੱਚ, ਦੁਨਿਆਵੀ ਪਦਾਰਥਾਂ ਦੇ ਵਿੱਚ, ਆ ਦੁਨਿਆਵੀ ਜਿਹੜੇ ਹੈਗੇ, ਜੋ ਕੰਨ ਰਸ, ਜੋ ਅੱਖਾਂ ਦਾ ਰਸ, ਜੋ ਵੀ ਜੀਭ ਦਾ ਰਸ, ਜੋ ਕੁਛ ਵੀ ਆਪਾਂ ਜਿੱਥੇ ਵੀ ਆ ਇੰਟਰਨੈਟ ਦੇਖ ਲਓ, ਜਿਹੇ ਜਿਹੇ ਡਰਾਮੇ, ਜੋ ਕੁਛ ਵੀ ਜਿੱਧਰ ਨੂੰ ਵੀ ਆਪਾਂ ਕਰ ਰਹੇ, ਸੁੱਖ ਉਹੇ ਜਿਹਾ ਮਿਲਣਾ ਹੈ ਭਾਈ। ਆਪਣੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਉਸੇ ਪਾਸੇ ਟਿਊਨ ਹੋ ਜਾਣੀ ਹੈ। ਜਿਹੀ ਰੁੱਤ ਕਾਇਆ ਸੁਖ ਤੇਹਾ, ਤੇਹੋ ਜਿਹੀ ਦੇਹੀ। ਕੌਣ ਬੋਲ ਰਿਹਾ? ਪਹਿਲੀ ਪਾਤਸ਼ਾਹੀ ਬੋਲ ਰਹੀ ਹੈ। ਜਿਹੀ ਰੁੱਤ ਕਾਇਆ ਸੁਖ ਤੇਹਾ, ਤੇਹੋ ਜਿਹੀ ਦੇਹੀ।
ਅੱਗੇ ਤਾਂ ਕਮਾਲ ਹੀ ਕਰਤੀ। ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਮੇ ਰੁੱਤ ਕੇਹੀ। ਆਏ ਹੈ ਕਹਿੰਦੇ ਉਹ ਰੁੱਤ ਤਾਂ ਆ ਨਾਮ ਵਾਲੀ ਸੁਹਾਵੀ ਹੈ। ਕਹਿੰਦੇ ਨਾਮ ਤੋਂ ਬਗੈਰ ਕਾਹਦੀ ਰੁੱਤ ਹੈਗੀ ਭਾਈ? ਕੀ ਆ ਮਾਇਆ? ਕਹਿੰਦੇ ਫੋਕ ਪਿਆ ਕੀ ਆ ਇਹਦੇ ਵਿੱਚ? ਜਿਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜਿਹੀ ਦੇਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਮੇ ਰੁੱਤ ਕੇਹੀ। ਵਾਪਸ ਜਿਹੜੇ ਆਪਾਂ ਉਹ ਚੋਆ ਚੰਦਨ ਅੰਕ ਚੜਾਮੋ ਉੱਥੇ ਚੌਥੇ ਬੰਦ 'ਤੇ ਆ ਜਾਂਦੇ ਹਾਂ ਜੀ। ਜਿਹੜੇ ਨਵੇਂ ਆਏ ਆ ਅਸੀਂ ਹੁਣ 225 ਅੰਕ ਦੇ ਉੱਤੇ ਹੈਗੇ ਹਾਂ। ਦਰ ਕਰ ਮਹਿਲਾ ਸੇਜ ਸੁਖਾਲੀ ਐਨਿਸ ਫੂਲ ਵਿਛਾਵੇ ਮਾਲੀ। ਆ ਦੇਖ ਲਓ ਭਾਈ, ਇਹ ਹੈਗੀ ਮਾਇਆ ਵਾਲੀ ਰੁੱਤ। ਦਰ ਘਰ, ਵੱਡਾ ਘਰ, ਵੱਡਾ ਦਰ, ਸਾਰਾ ਜਿਹੜਾ ਮਹਿਲ, ਸੋਹਣੀ ਸੇਜਾ, ਰਾਤ ਦਿਨ ਫੁੱਲ ਵਿਛਾ ਰਿਹਾ ਹੈ ਮਾਲੀ। ਇੰਨਾ ਅਮੀਰ, ਬਿਨ ਹਰ ਨਾਮ ਸੋ ਦੇ ਦੁਖਾਲੀ। ਨਾਮ ਤੋਂ ਬਗੈਰ ਦੁਖਾਲੀ ਆ ਪਿਆਰਿਆ, ਦੇ ਦੁਖਾਲੀ ਆ। ਤੇਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਤੇਰੀਆਂ ਜਿਹੜੀਆਂ ਬਾਹਰ ਹੈ, ਮਨ ਤੇਰਾ ਬਾਹਰ ਜਾ ਰਿਹਾ ਹੈ, ਰੱਬ ਵਾਲੇ ਪਾਸੇ ਜਾ ਹੀ ਨਹੀਂ ਸਕਦਾ ਜਦ ਤੱਕ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨੂੰ ਨਹੀਂ ਸੰਕੋਚਦੇ। ਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਹਾਡਾ ਸੁਰਤ ਜਿਹੜੀ ਹੈਗੀ ਨਾਮ ਵੱਲ ਜਾ ਸਕਦੀ ਹੈ ਭਾਈ? ਕਿਵੇਂ ਮਨ ਜਿਹੜਾ ਨਾਮ ਵੱਲ ਜਾ ਸਕਦਾ ਹੈ ਜਦ ਤੱਕ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨਹੀਂ ਆਪਾਂ ਨੇ ਸਾਂਭੀਆਂ? ਤੇ ਆਹੀ ਤਾਂ ਟੂਟੀਆਂ ਹੈਗੀਆਂ ਜਿਹੜੀਆਂ ਖੁੱਲੀਆਂ ਪਈਆਂ। ਇਹੀ ਤਾਂ ਮੋਰੀ ਹੈਗੀ, ਗੁਰੇ ਦਿਖਲਾਈ ਮੋਰੀ, ਜਿਤ ਮਿਰਗ ਪੜਤਾ ਹੈ ਚੋਰੀ, ਮੂੰਦ ਲੀਏ ਦਰਵਾਜੇ, ਬਾਜੀ ਲੈ ਅਨਹਦ ਬਾਜੇ। ਦਰ ਕਰ ਮਹਿਲਾ ਸੇਜ ਸੁਖਾਲੀ ਐਨਿਸ ਫੂਲ ਵਿਛਾਵੇ ਮਾਲੀ ਬਿਨ ਹਰ ਨਾਮ ਸੋ ਦੇ ਦੁਖਾਲੀ। ਰਹਾਓ ਕਿੰਨਾ ਦੇਖੋ, ਕਿੰਨਾ ਉੱਪਰ ਤੋਂ ਉੱਪਰ ਕਹਿੰਦੇ ਹੋਰ ਲੈ ਲਾ ਮਾਇਆ ਦੇ, ਹੋਰ ਲੈ ਲਾ, ਹੋਰ ਰਾਜਾ ਬਣ ਜਾ ਤੂੰ। ਹੈਵਰ ਗੈਵਰ ਨੇਜੇ ਵਾਜੇ, ਹਾਥੀ ਘੋੜੇ ਜਿਹੜਾ, ਇੰਨੀ ਫੌਜ, ਨੇਜਿਆਂ ਵਾਲੀ ਫੌਜ ਤੇਰੇ ਜਿਹੜੇ ਹੈਗੇ, ਵਾਜੇ ਵੱਜਣ ਤੇਰੇ, ਚਾਰੋਂ ਪਾਸੇ ਧੂਮ ਹੋਏ ਤੇਰੀ। ਲਸ਼ਕਰ ਨੇਬ ਖਵਾਸੀ ਪਾਜੇ, ਇੰਨੀ ਫੌਜ, ਲਸ਼ਕਰ ਫੌਜ ਨੂੰ ਕਹਿੰਦੇ ਆ। ਨੇਬ ਕਹਿੰਦੇ ਨਾਇਬ, ਸਰਦਾਰ। ਖਵਾਸੀ ਕਹਿੰਦੇ ਨੌਕਰ। ਕਹਿੰਦੇ ਸਾਰੇ ਪਾਜ ਆ ਪਿਆਰਿਆ। ਪਾਜ ਦਿਖਾਵਾ ਹੈਗਾ, ਦਿਖਾਵਾ ਹੈਗਾ। ਕੱਥੀ ਕੁਛ ਨਹੀਂ ਮਿਲਣ ਵਾਲਾ ਤੈਨੂੰ। ਇਸ ਤੋਂ ਬਾਅਦ ਨਰਕਾਂ ਦੇ ਵਿੱਚ ਜਾਣਾ ਹੈ ਤੂੰ, ਕਿਉਂਕਿ ਜਿਹੜਾ ਹੈਗਾ ਤੂੰ ਇਹਦੇ ਨਾਲ ਜਿਹੜਾ ਹੈਗਾ ਤੂੰ ਵਧੀਕੀਆਂ ਕਰੇਗਾ। ਹੈਵਰ ਗੈਵਰ ਨੇਜੇ ਵਾਜੇ, ਲਸ਼ਕਰ ਨੇਬ ਖਵਾਸੀ ਪਾਜੇ, ਬਿਨ ਜਗਦੀਸ਼ ਝੂਠੇ ਦਿਵਾਜੇ। ਝੂਠੇ ਆ ਭਾਈ ਦਿਵਾਜੇ, ਕਹਿੰਦੇ ਦਿਖਾਵੇ, ਬਗੈਰ ਜਗਦੀਸ਼ ਦੇ, ਬਗੈਰ ਮਾਲਕ ਦੀ ਭਗਤੀ ਦੇ। ਸਿੱਧ ਕਹਾਵੋਂ, ਹੁਣ ਦੇਖੋ 6ਵਾਂ ਬੰਦ ਆ ਗਿਆ। ਸਿੱਧ ਲੋਕ ਕੀ ਹੁੰਦੇ ਸੀ? ਸਿੱਧੀ ਪ੍ਰਾਪਤ ਕਰ ਲੈਂਦੇ ਸੀ, ਛੋਟੇ ਹੋ ਜਾਂਦੇ ਸੀ, ਸਰੀਰ ਛੋਟਾ ਕਰ ਲੈਂਦੇ ਸੀਗੇ। ਕੋਈ ਵੀ ਚੀਜ਼ ਜਿਹੜੀ ਹੈਗੀ ਆ ਕਿਤੇ ਪਹੁੰਚ ਜਾਂਦੇ ਸੀਗੇ। ਕਈ ਸਿੱਧੀਆਂ, 8 ਮੇਨ ਹੈਗੀਆਂ, ਕੁਛ ਇਸ ਤਰ੍ਹਾਂ ਇਹਨਾਂ ਦਾ ਹੈਗਾ ਸਿੱਧੀਆਂ ਦਾ। 18 ਸਿੱਧੀਆਂ ਹੈਗੀਆਂ, 8 ਮੇਨ ਹੈਗੀਆਂ। ਨੈੱਟ 'ਤੇ ਸਰਚ ਕਰ ਲਓ ਕਿਹੜੀਆਂ ਕਿਹੜੀਆਂ ਸਿੱਧੀਆਂ ਹੈਗੀਆਂ ਭਾਈ। ਸਿੱਧ ਕਹਾਵੋਂ ਰਿੱਧ ਸਿੱਧ ਬੁਲਾਵੋਂ। ਰਿੱਧੀਆਂ ਹੋ ਗਈਆਂ, ਸਿੱਧੀਆਂ ਹੋ ਗਈਆਂ। ਕਹਿੰਦੇ ਜੋ ਮਰਜੀ ਮੈਂ ਆਪਣੇ ਮਨੂੰ ਪ੍ਰਾਪਤ ਕਰਨਾ। ਸਿੱਧੀ ਸਿੱਧ, ਰਿੱਧੀ ਸਿੱਧੀ, ਖਜ਼ਾਨੇ। ਅਤੇ ਦੇਖ ਲਓ ਜਿਹਦੇ ਕੋਲ ਰਿੱਧੀਆਂ ਸਿੱਧੀਆਂ ਹੋਣ ਅਤੇ ਫਿਰ ਉਹਨੂੰ ਤਾਂ ਲੋਕ ਕਹਿੰਦੇ ਤਾਂ ਭਾਈ ਬੜਾ ਜਿਹੜਾ ਹੈਗਾ ਬਹੁਤ ਪਹੁੰਚੇ, ਉਹਦੇ ਪਿੱਛੇ ਦੁਨੀਆ ਲੱਗ ਜਾਂਦੀ ਹੈ ਸਾਰੀ ਦੀ ਸਾਰੀ। ਤਾਜ ਆ ਜਾਂਦਾ ਉਹਦੇ ਸਿਰ 'ਤੇ, ਤਾਂ ਤਾਜ ਕੁਲ ਹੈ, ਸਿਰ ਛਤਰ ਬਣਾਵੋ। ਇੰਨੇ ਲੋਕ ਰਾਜਿਆਂ ਵਾਂਗੂ ਉਹਨੂੰ ਰਿਸਪੈਕਟ ਕਰਦੇ ਆ। ਸਿੱਧ ਕਹਾਵੋਂ ਰਿੱਧ ਸਿੱਧ ਬੁਲਾਵੋ, ਤਾਜ ਕੁਲੈ ਸਿਰ ਛਤਰ ਬਣਾਵੋ, ਬਿਨ ਜਗਦੀਸ਼ ਕਹਾਂ ਸੱਚ ਪਾਵੋ। ਬਗੈਰ ਭਗਤੀ ਦੇ, ਬਗੈਰ ਮਾਲਕ ਪਰਮਾਤਮਾ ਦੇ, ਬਗੈਰ ਜਿਹੜਾ ਹੈਗਾ ਮਾਲਕ ਦੇ ਵਿੱਚ ਜਿਹੜਾ ਹੈਗਾ ਸਾਗਰ ਦੇ ਵਿੱਚ ਮਰਜ ਹੋਏ, ਕਹਿੰਦੇ ਕਿੱਥੇ ਸੁੱਖ ਆ, ਕਿੱਥੇ ਸੱਚ ਹੈਗਾ। ਮੈਂ ਤਾਂ ਇਸ ਤਰ੍ਹਾਂ ਹੀ ਜਨਮ ਮਰਨ ਦਾ ਗੇੜਾ ਮੁੱਕਦਾ ਹੀ ਨਹੀਂ ਹੈਗਾ, ਅਵਿਨਾਸ਼ੀ ਹੋ ਹੀ ਨਹੀਂ ਸਕਦਾ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ
ਜੂਨਾਂ ਦੇ ਵਿੱਚ ਜਿਹੜਾ ਹੈਗਾ ਬਾਰ ਜੂਨਾਂ ਦੇ ਵਿੱਚ ਘੁੰਮਦਾ ਰਹੂੰਗਾ। ਬਿਨ ਜਗਦੀਸ਼ ਕਹਾਂ ਸੱਚ ਪਾਵੋ, ਸੱਚ ਲਿਖਿਆ ਹੋਇਆ ਪਾਏ। ਖਾਨ ਮਲੂਕ ਕਹਾਵੋ ਰਾਜਾ। ਹੋਰ ਜਿਹੜੇ ਖਾਨ ਬਹਾਦੁਰ, ਮਲਕ, ਰਾਜੇ ਕਹਿੰਦੇ ਇਹ ਵੀ ਮੈਂ ਕਹਾ ਲਾਂ, ਫਿਰ ਕੀ ਹੋਊਗਾ। ਅਬੇ ਤਬੇ ਕੂੜੇ ਹੈ ਪਾਜਾ। ਅਬੇ ਤਬੇ ਕੀ ਹੁੰਦਾ ਜੀ? ਦੇਖੋ ਕੋਈ ਵੱਡਾ ਅਫਸਰ, ਵੱਡਾ ਰਾਜਾ ਹੋ ਜਾਂਦਾ ਤੇ ਕਹਿੰਦਾ ਓਏ, ਇਹ ਅਬੇ ਤਬੇ ਹੋ ਗਿਆ। ਦੂਸਰੇ ਨੂੰ ਜਿਸ ਤਰ੍ਹਾਂ ਮਰਜ਼ੀ ਟਰੀਟ ਕਰਨਾ, ਇਲ ਟਰੀਟ ਕਰਨਾ ਦੂਸਰੇ ਨੂੰ, ਕਿਉਂਕਿ ਪਾਵਰ ਹੈ, ਆਕੜ ਹੈਗੀ ਆ, ਰਾਜਾ ਹੈਗਾ। ਅਬੇ ਤਬੇ ਕੂੜੇ ਹੈ ਭਾਈ, ਕਹਿੰਦੇ ਸਾਰਾ ਜਿਹੜਾ ਹੁਕਮ ਚਲਾ ਰਿਹਾ ਨਾ, ਸਾਰਾ ਕੂੜ ਹੈਗਾ ਭਾਈ। ਪਾਜਾ ਲਿਖਿਆ ਹੋਇਆ, ਇਹ ਮਨ ਨੂੰ ਪਰਚਾ ਰਿਹਾ ਤੂੰ, ਹੋਰ ਕੁਛ ਨਹੀਂ ਹੈਗਾ। ਬਿਨ ਗੁਰ ਸ਼ਬਦ ਨ ਸਵਰਸ ਕਾਜਾ। ਬਗੈਰ ਗੁਰੂ ਦੇ ਸ਼ਬਦ ਦੇ ਕੋਈ ਕੰਮ ਸਵਰਨ ਵਾਲਾ ਨਹੀਂ ਹੈਗਾ। ਹਉਮੈ ਮਮਤਾ ਗੁਰ ਸ਼ਬਦੇ ਵਿਸਾਰੀ। ਦੇਖ ਲਓ, ਹਉਮੈ ਸਰੀਰ, ਆਪਾਂ ਮਨ ਸਰੀਰ ਹੈਗਾ, ਆਪਾਂ ਨੇ ਆਪਣੇ ਆਪ ਨੂੰ ਸਰੀਰ ਮੰਨਿਆ, ਤਾਂ ਹੀ ਤਾਂ ਸਵਾਦਾਂ ਦੇ ਵਿੱਚ, ਤਾਂ ਹੀ ਤਾਂ ਪਦਾਰਥਾਂ ਦੇ ਵਿੱਚ, ਤਾਂ ਹੀ ਤਾਂ ਜਿਹੜਾ ਹੈਗਾ ਇਹ ਜਿਹੜਾ ਹੈਗਾ ਮਾਇਆ ਵਾਲੇ ਰਸਤੇ ਤੇ ਜਾ ਰਹੇ। ਮਮਤਾ ਹੈਗੀ ਆ, ਮਮਤਾ ਕਹਿੰਦੀ ਆ ਮੋਹ, ਅਟੈਚਮੈਂਟ। ਹਉਮੈ ਮਮਤਾ ਗੁਰ ਸ਼ਬਦੇ ਵਿਸਾਰੀ। ਗੁਰੂ ਦੇ ਸ਼ਬਦ ਦੇ ਦੁਆਰਾ ਪਾਏ ਵਿਸਰਨੀ ਹੈ। ਸ਼ਬਦ ਨੂੰ ਪ੍ਰਗਟ ਕਰਨਾ ਪੈਣਾ ਹੈ, ਭਗਤੀ ਕਰਨੀ ਪੈਣੀ ਹੈ। ਗੁਰਮਤਿ ਜਾਣਿਆ ਹਿਰਦੇ ਮੁਰਾਰੀ। ਆਪਾਂ ਕੀ ਕਰ ਰਹੇ ਹਾਂ? ਗੁਰੂ ਦੀ ਮੱਤ ਲੈ ਰਹੇ ਹਾਂ। ਕਹਿੰਦੇ ਇਹਦੇ ਤੋਂ ਜਾਣਕਾਰੀ ਮਿਲੂਗੀ ਤੈਨੂੰ, ਇਹ GPS ਹੈਗਾ ਤੇਰੇ ਅੰਦਰ, ਹਿਰਦੇ 'ਚ ਹੀ ਹੈ ਮੁਰਾਰੀ। ਇਹ ਗੁਰੂ ਦੀ ਮੱਤ ਕਹਿੰਦੀ ਹੈ। ਹਿਰਦੇ 'ਚ ਹੀ ਪ੍ਰਗਟ ਹੋਣਾ ਹੈ, ਹਿਰਦੇ ਵੱਲ ਨੂੰ ਜਾਣਾ ਪੈਣਾ ਤੈਨੂੰ, ਆਤਮਾ ਦੇ ਵਿੱਚ ਜਾਣਾ ਪੈਣਾ। ਸੁਰਤ ਨੇ ਆਤਮਾ 'ਚ ਟਿਕਾਉਣਾ ਪੈਣਾ ਜਾ ਕੇ। ਆਹ ਯਾਤਰਾ ਤਾਂ ਕਰਨੀ ਪੈਣੀ ਹੈ ਭਾਈ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ। ਗੁਰਮਤਿ ਜਾਣਿਆ ਹਿਰਦੈ ਮੁਰਾਰੀ। ਪੜ੍ਹਵਤ ਨਾਨਕ ਸ਼ਰਨ ਤੁਮਾਰੀ। ਹੇ ਮੇਰੇ ਮਾਲਕਾ, ਤੇਰੀ ਲੋੜ ਹੈਗੀ ਆ ਇਹ ਯਾਤਰਾ ਦੇ ਵਾਸਤੇ, ਤੇਰੀ ਸਹਾਇਤਾ ਹੈਗੀ ਆ। ਤੂੰ ਮਦਦ ਕਰੇਗਾ, ਤੂੰ ਮਦਦ ਕਰੇਗਾ। ਤੂੰ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਗਿਆਨ ਦੇਵੇਂਗਾ, ਮੈਨੂੰ ਗੁਰਮਤਿ ਦੇਵੇਂਗਾ, ਮੈਨੂੰ ਬ੍ਰਹਮ ਗਿਆਨੀਆਂ ਦੇ ਨਾਲ ਸੰਗਤ ਦੇਵੇਂਗਾ। ਤੇਰੀ ਲੋੜ ਆ ਮਾਲਕਾ, ਤੇਰੀ ਲੋੜ ਆ। ਮੈਂ ਤੇਰੀ ਸ਼ਰਨ ਦੇ ਵਿੱਚ ਹੈਗਾ, ਮੈਂ ਤੇਰੀ ਸ਼ਰਨ ਦੇ ਵਿੱਚ ਹੈਗਾ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ। ਗੁਰਮਤਿ ਜਾਣਿਆ ਹਿਰਦੈ ਮੁਰਾਰੀ। ਪੜ੍ਹਵਤ ਨਾਨਕ ਸ਼ਰਨ ਤੁਮਾਰੀ। ਗੌੜੀ ਮਹਲਾ ਪਹਿਲਾ। सेवा एक ना जानस अवरे, न जानस अवरे। सेवा एक न जानस अवरे। परपंच व्याध त्यागे कवरे। पाए मिले सच साचे सच रे। ऐसा राम भगत जन होई। हर गुण गाए मिले मल तोई रहाओ। ਇੱਥੇ ਤੱਕ ਕਿਉਂ ਇੱਥੇ ਤੱਕ ਵੀ ਆਪਾਂ ਨੂੰ ਜਿਹੜਾ ਹੈਗਾ ਇਹਨੂੰ ਪੜ੍ਹਨਾ ਪਿਆ। ਐਸਾ ਰਾਮ ਭਗਤ ਜਨ ਹੋਈ, ਇੱਥੋਂ ਜਿਹੜਾ ਹੈਗਾ ਸ਼ਬਦ ਖੁੱਲ੍ਹਦਾ ਹੈ। ਕਿਹਦੀ ਗੱਲ ਹੋ ਰਹੀ ਹੈ? ਰਾਮ ਦੇ ਭਗਤ ਦੀ ਗੱਲ ਹੋ ਰਹੀ ਹੈ। ਡਿਫਾਈਨ ਕਰ ਰਹੇ ਭਗਤ ਕਿਹਨੂੰ ਕਹਿੰਦੇ ਆ। ਪਰਮੇਸ਼ਰ ਦਾ ਭਗਤ ਕਿ ਪਰਮੇਸ਼ਰ ਦਾ ਜਨ, ਹਰੀ ਜਨ, ਹਰ ਜਨ ਕੌਣ ਆ? ਕਿਹੋ ਜਿਹਾ ਹੁੰਦਾ? ਕੀ ਕੁਆਲਿਟੀ ਉਹਦੀ? ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੇ ਮਲ ਧੋਈ। ਦੇਖ ਲਓ ਭਾਈ, ਉਹਨੂੰ ਵੀ ਮਲ ਧੋਣੀ ਪਈ। ਐਵੇਂ ਥੋੜ੍ਹੀ ਨਾ ਜਿਹੜਾ ਜੀ ਲਓ ਜੀ ਉਹ ਤਾਂ ਵਰਸ ਆਏ ਆ ਗਏ ਜੀ, ਉਹ ਤਾਂ ਪਿਛਲੇ ਜਨਮ ਦੀ ਕਮਾਈ ਸੀਗੀ ਉਹਨਾਂ ਦੀ, ਹੋ ਗਈ ਪੂਰੀ ਖਤਮ। ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੇ ਮਲ ਧੋਈ ਰਹਾਓ। ਮਲ ਧੋਣੀ ਪੈਣੀ ਆ ਭਾਈ। ਇਸ ਜਨਮ 'ਚ ਨਹੀਂ, ਪਿਛਲੇ ਜਨਮ 'ਚ ਧੋਤੀ ਤਾਂ ਹੈ ਅਗਲੇ ਨੇ। ਮਲ ਧੋਏ ਬਗੈਰ ਜਿਹੜਾ ਹੈਗਾ ਆਪਾਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਮਲ ਕੀ ਹੈਗੀ? ਮਲ ਆਹੀ ਹੈ ਭਾਈ, ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਮਾਇਆ ਦੇ ਵੱਲ ਲੱਗੀਆਂ ਹੋਈਆਂ। ਇਹੀ ਮੈਲ ਆ, ਇਹੀ ਜਿਹੜੇ ਸੰਸਕਾਰ ਆ ਆਪਣੇ, ਇਹਨਾਂ ਨੂੰ ਹਟਾਉਣਾ ਪੈਣਾ ਹੈ। ਇਹ ਮੋਰੀਆਂ ਬੰਦ ਕਰਨੀਆਂ ਪੈਣੀਆਂ। ਛੋਟਾ ਜਿਹਾ ਕਬੀਰ ਜੀ ਦਾ ਹੈਗਾ ਸ਼ਬਦ।
ਉਹ ਵੀ ਆਪਾਂ ਲੈ ਲੈਂਦੇ ਹਾਂ। ਪਹਿਲਾਂ ਆਪਾਂ ਜਿਹੜਾ ਹੈਗਾ ਇਹ ਸ਼ਬਦ ਸੇਵਾ ਏਕ ਨਾ ਜਾਣਸ ਅਵਰੇ, ਕਹਿੰਦੇ ਇੱਕ ਜਿਹੜੇ ਹੁਣ ਰਾਮ ਭਗਤ ਜਿਹੜਾ ਹੁੰਦਾ ਆ ਉਹ ਕੀ ਕਰਦਾ, ਕਹਿੰਦੇ ਕੀ ਰੂਟੀਨ ਹੈ ਉਹਦਾ, ਕੀ ਨਿਸ਼ਾਨੀ ਹੈਗੀ, ਕਹਿੰਦੇ ਇੱਕ ਸੇਵਾ ਕਰਦਾ ਹੈ, ਸਿਰਫ ਇੱਕ, ਬਸ ਉਹ ਧਿਆਨ ਸਿਮਰਨ ਕਰਦਾ ਹੈ, ਪਰਮੇਸ਼ਰ ਦੀ ਭਗਤੀ ਕਰਦਾ, ਅੰਦਰ ਵੜਦਾ ਹੈ ਆਪਣੇ, ਬਾਕੀ ਹੋਰ ਕੁਛ ਨਹੀਂ ਜਾਣਦਾ, ਉਹ ਕਿਸੇ ਚੀਜ਼ ਨੂੰ ਇੰਪੋਰਟੈਂਸ ਨਹੀਂ ਦਿੰਦਾ। ਸੇਵਾ ਏਕ ਨਾ ਜਾਣਸ ਅਵਰੇ, ਔਰ ਬਾਕੀਆਂ ਨੂੰ ਨਹੀਂ ਜਾਣਦਾ ਕਿਸੇ ਉਹ ਕਰਮ ਕਾਂਡ ਨੂੰ। ਸੇਵਾ ਏਕ ਆਪਾਂ ਤਾਂ ਮੰਨਦੇ ਹੀ ਨਹੀਂ ਹੈ। ਕਿੰਨਾ ਦੇਖ ਲਓ, ਇੰਨੇ ਜੀਨਸ ਜਿਹੜੇ ਹੈਗੇ, ਇੰਨੇ ਜੀਨਸ ਆਪਣੇ ਜਿਹੜੇ ਹੈਗੇ ਹੋ ਗਏ ਖਰਾਬ, ਬਿਲਕੁਲ ਜਿਹੜਾ ਹੈਗਾ ਫਿਰ ਵਾਪਸ ਉੱਥੇ ਹੀ ਸ਼ਿਫਟ ਹੋ ਜਾਂਦੇ ਆ, ਉਸੇ ਜਗ੍ਹਾ 'ਤੇ ਵਾਪਸ ਜਿਹੜਾ ਰੂਟੀਨ ਚੱਲ ਰਿਹਾ, ਜੋ ਕੁਛ ਵੀ ਚੱਲ ਰਿਹਾ, ਆਹ ਚੀਜ਼ ਨੂੰ ਤਾਂ ਲੈਣਾ ਹੀ ਨਹੀਂ ਆਪਾਂ ਨੇ। ਬਸ ਇਹ ਮਹਾਰਾਜ ਦੀ ਗੱਲ ਜਿਹੜੀ ਹੈ ਇਹਨੂੰ ਨਹੀਂ ਮੰਨਣਾ ਆਪਾਂ ਨੇ, ਤਾਂ ਕਹਿਣਾ ਜੀ ਬਈ ਸਾਨੂੰ ਤਾਂ ਹੁਕਮ ਹੈ, ਦੇਖੋ ਪੰਜਾਂ ਪਿਆਰੇ ਨੇ ਕਿਹਾ ਹੋਇਆ ਇਸ ਤਰ੍ਹਾਂ ਦਾ ਕਰਨਾ ਹੈ, ਆਹ ਸਾਰਾ ਕੁਛ ਕਰਨਾ ਹੈ। ਭਾਈ ਜੇ ਆਹ ਸੇਵਾ ਨਹੀਂ ਦੱਸੀ ਤੇ ਭਾਈ ਫਿਰ ਤਾਂ ਆਹ ਫਿਰ ਜਿਹੜਾ ਹੈਗਾ ਫਿਰ ਕੰਟਰੋਵਰਸੀ ਕਿਵੇਂ ਆ ਰਹੀ ਹੈ। ਫਿਰ ਜਿਹੜਾ ਆਹ ਜਿਹੜਾ ਹੈਗਾ ਮਹਾਰਾਜ ਗਿਆਨ ਦੇ ਰਿਹਾ, ਇਹਨੂੰ ਆਪਾਂ ਛੱਡ ਕੇ ਤੇ ਉਧਰ ਨੂੰ ਜਾਈਏ, ਜੇ ਦੋਨਾਂ ਦੇ ਵਿੱਚ ਡਿਫਰੈਂਸ ਹੈਗਾ ਤੇ ਫਿਰ ਕੀ ਮਤਲਬ ਹੈ ਭਾਈ। ਫਿਰ ਕਿਤੇ ਨਾ ਕਿਤੇ ਤਾਂ ਜਿਹੜਾ ਹੈਗਾ ਹੈ ਕੁਛ ਨਾ ਕੁਛ। ਇਸ ਕਰਕੇ ਭਾਈ, ਕਿਉਂਕਿ ਜਿਹੜਾ ਹੈਗਾ ਆਪਾਂ ਨੂੰ ਕਿਵੇਂ ਪਤਾ ਹੈ ਜਿਹੜੇ ਪੰਜ ਪਿਆਰੇ ਹੈਗੇ ਆ, ਉਹ ਜਿਹੜੇ ਹੈਗੇ ਆ, ਉਹ ਜਿਹੜੇ ਬ੍ਰਹਮ ਗਿਆਨੀ ਹੈਗੇ, ਉਹ ਆਹ ਸੇਵਾ ਜਿਹੜੀ ਹੈ ਇਸ ਸੇਵਾ 'ਤੇ ਪਹੁੰਚੇ ਹੋਏ ਹੈ। ਇਸ ਕਰਕੇ ਭਾਈ ਗੁਰਬਾਣੀ ਦੇ ਨਾਲ ਜਿਹੜਾ ਹੈਗਾ ਆਹ ਉੱਪਰ ਹੈਗਾ ਭਾਈ, ਆਹ ਉੱਪਰ ਹੈਗਾ, ਗੁਰਬਾਣੀ ਉੱਪਰ ਹੈਗੀ ਆ, ਗੁਰਬਾਣੀ ਉੱਪਰ ਹੈ, ਇਹਨੇ ਸੇਧ ਦੇਣੀ ਆਪਾਂ ਨੂੰ, ਇਹਦੇ ਨਾਲ ਜਿਹੜੀ ਟੈਲੀ ਕਰਨੀ ਹੈ ਕੋਈ ਵੀ ਚੀਜ਼ ਜਿਹੜੀ ਹੈਗੀ, ਇਹ ਜੋ ਕਹਿ ਰਹੀ ਹੈ ਇਹਦੇ ਨਾਲ ਟੈਲੀ ਕਰਕੇ ਆਪਾਂ ਨੇ ਜਿਹੜਾ ਹੈਗਾ ਆਹ ਸੇਵਾ ਜਿਹੜੀ ਹੈਗੀ ਆ ਇਹਨੂੰ ਪ੍ਰਾਇਰਟੀ ਦੇਣੀ ਹੈ। ਜੋ ਮਹਾਰਾਜ ਬਾਣੀ ਪਾਲ ਤੇ ਕਹਿ ਰਹੀ ਹੈ, ਉਹ ਤਾਂ ਕਹਿੰਦੇ ਜਾਣਦੇ ਹੀ ਨਹੀਂ ਹੋਰ, ਸੇਵਾ ਏਕ ਨਾ ਜਾਣਸ ਅਵਰੇ। ਬਾਕੀ ਜੋ ਆਪਾਂ ਜਿਹੜੇ ਨਿਤਨੇਮ ਕਰ ਰਹੇ ਹਾਂ, ਜੋ ਆਪਾਂ ਗੁਰਬਾਣੀ ਵਿਚਾਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਉਸ ਇਹ ਸੇਵਾ ਜਾਣਨ ਵਾਸਤੇ ਹੀ ਕਰ ਰਹੇ ਹਾਂ ਆਪਾਂ। ਤੇ ਜਾਣਦੇ ਕਦ ਤੱਕ ਜਾਣਦੇ ਰਵਾਂਗੇ, ਕਦ ਤੱਕ ਨਹੀਂ ਸੇਵਾ ਸ਼ੁਰੂ ਕਰਾਂਗੇ ਆਪਾਂ। ਕਮਾਲ ਹੋ ਗਈ। ਆਪਾਂ ਜਿਹੜੇ ਹੈਗੇ ਆ ਬਈ ਹਾਲੇ ਜਾਣ ਹੀ ਰਹੇ ਹਾਲੇ GPS ਖੋਲ ਕੇ ਦੇਖੀ ਜਾ ਰਹੇ ਕਦ ਤੱਕ। ਅਗਲੇ ਜਨਮ 'ਚ ਜਿਹੜਾ ਹੈਗਾ ਫਿਰ ਮਨੁੱਖਾ ਜੂਨ ਮਿਲ ਜੂਗੀ ਆਪਾਂ ਨੂੰ। ਆਪਣੀ ਜਰਨੀ ਆਪਣੀ, ਆਪਾਂ ਕੁਛ ਨਹੀਂ ਕਰ ਰਹੇ, ਆਪਾਂ ਤਾਂ ਸਿਰਫ ਜਿਹੜਾ ਹੈਗਾ ਭਾਈ ਦੇਖੋ ਜੋ ਬਾਣੀ ਕਹਿ ਰਹੀ ਹੈ, ਦੇਖੋ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਅਸੀਂ ਡਾਇਲੂਟ ਨਹੀਂ, ਜੇ ਇੱਥੇ ਜਿਹੜਾ ਹੈਗਾ ਆਪਾਂ ਡਾਇਲੂਟ ਕਰ ਦਾਂਗੇ ਤੇ ਅਸੀਂ ਤਾਂ ਦੇਣਦਾਰ ਹੋ ਜਾਵਾਂਗੇ। ਸੇਵਾ ਏਕ ਨਾ ਜਾਣਸ ਅਵਰੇ, ਪਰਪੰਚ ਵਿਆਦ ਤਿਆਗੇ ਕਵਰੇ। ਕੀ ਕਰਦੇ, ਕਹਿੰਦੇ ਪਰਪੰਚ ਜੋ ਕੁਛ ਵੀ ਖਲਾਰਾ ਹੈ, ਜੋ ਮਾਇਆ ਪਈ ਹੋਈ ਹੈ, ਜੋ ਵਿਆਦਾਂ ਅਮਲ ਜਿਹੜੇ ਜੋ ਰੂਟੀਨ ਜੋ ਕੁਛ ਵੀ ਹੈਗੇ, ਵਿਆਦ ਕਹਿੰਦੇ ਆ ਅਮਲ, ਆਦਿ ਵਿਆਦੀ ਉਪਾਧੀ, ਕਹਿੰਦੇ ਬੜੀ ਵਿਆਦ ਲੱਗੀ ਹੋਈ ਹੈ, ਇਹ ਛੱਡਦਾ ਹੀ ਨਹੀਂ ਸ਼ਰਾਬ ਨੂੰ, ਇਹ ਫੀਮ ਨੂੰ ਛੱਡਦਾ ਹੀ ਨਹੀਂ ਹੈ, ਇੰਨਾ ਵਿਆਦ। ਕਹਿੰਦੇ ਇਹਨੂੰ ਛੱਡ ਦਿੰਦੇ, ਉਹ ਤਿਆਗ ਦਿੰਦੇ ਆ, ਕੌੜੇ ਸਮਝ ਕੇ ਤਿਆਗ ਦਿੰਦੇ ਆ। ਕਵਰੇ ਮਤਲਬ ਕੌੜੇ, ਪਰਪੰਚ ਆ, ਕਹਿੰਦੇ ਪਰਪੰਚ ਆ, ਦਿਖਾਵਾ ਹੈਗਾ, ਇਹੀ ਤਾਂ ਮਾਇਆ ਹੈਗੀ ਆ। ਸੇਵਾ ਏਕ ਨਾ ਜਾਣਸ ਅਵਰੇ, ਪਰਪੰਚ ਵਿਆਦ ਤਿਆਗੇ ਕਵਰੇ। ਪਾਏ ਮਿਲੈ ਸੱਚ ਸਾਚੈ ਸਚਰੇ। ਇਸ ਤਰੀਕੇ ਦੇ ਨਾਲ ਪ੍ਰੇਮ ਦੇ ਨਾਲ ਭਗਤੀ ਕਰੇਗਾ, ਇਹ ਸੇਵਾ ਕਰੇਗਾ ਤੇ ਮਾਲਕ ਦੇ ਨਾਲ ਮਿਲ ਜਾਏਗਾ, ਸੱਚ ਦੇ ਨਾਲ, ਸੱਚ ਦਾ ਰੂਪ ਹੋ ਕੇ। ਐਸਾ ਰਾਮ ਭਗਤ ਜਨ ਹੋਈ, ਇਹ ਜੈ ਭਾਈ ਰਾਮ ਭਗਤ ਜਨ। ਹਰ ਗੁਣ ਗਾਏ ਮਿਲੈ ਮਲ ਧੋਈ। ਪ੍ਰੇਮਾ ਭਗਤੀ ਦੇ ਨਾਲ, ਧਿਆਨ ਸਿਮਰਨ ਦੇ ਨਾਲ ਪਰਮੇਸ਼ਰ ਦੇ ਗੁਣ ਲੈਣੇ ਆਪਾਂ ਨੇ। ਇਹ ਸਾਰੀ ਗੁਰਬਾਣੀ ਪਰਮੇਸ਼ਰ ਦੇ ਗੁਣ ਵੀ ਦੱਸਦੀ ਹੈ ਨਾਲ ਨਾਲ। ਸਤ, ਸੰਤੋਖ, ਦਇਆ, ਧਰਮ, ਧੀਰਜ, ਆਹ ਗੁਣ ਹੈਗੇ ਫੰਡਾਮੈਂਟਲ ਜਿਹੜੇ। ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੈ ਮਲ ਧੋਈ।
ਮਲ ਧੋਣੀ ਪੈਣੀ ਆ ਭਾਈ। ਮਨ ਨੂੰ ਜਿਹੜੀ ਹੈ ਇਹ ਸੰਸਕਾਰ ਜਿਹੜੇ ਬਾਹਰਮੁਖੀ ਜਿਹੜੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਬਾਹਰ ਨੂੰ ਟਿਊਨ ਹੈਗੀਆਂ, ਪ੍ਰਾਣ ਸ਼ਕਤੀ ਸਾਰੀ ਬਾਹਰ ਨੂੰ ਲੈ ਕੇ ਜਾ ਰਹੀਆਂ ਹੈ। ਆਹ ਸੇਵਾ ਦੇ ਵਿੱਚ ਲਾਉਣੀ ਆਪਾਂ ਨੇ ਪ੍ਰਾਣ ਸ਼ਕਤੀ ਪਾਏ। ਕਿਉਂਕਿ ਪ੍ਰਾਣ ਸ਼ਕਤੀ ਸਰਪਲਸ ਹੈ ਆਪਣੇ ਕੋਲ, ਆਪਾਂ ਜਿਹੜੇ ਹੈਗੇ ਬਾਹਰ ਲਾ ਰਹੇ ਹਾਂ। ਇਹੀ ਪ੍ਰਾਣ ਸ਼ਕਤੀ ਜਦ ਧਿਆਨ ਸਿਮਰਨ ਕੀਤਾ ਹੈ, ਆਪਾਂ ਨੇ ਧਿਆਨ ਲਗਾਇਆ, ਘੰਟਾ ਲਾਇਆ ਹੋਇਆ ਸਵੇਰੇ ਧਿਆਨ ਲਾਇਆ, ਤੇ ਪ੍ਰਾਣ ਸ਼ਕਤੀ ਤਾਂ ਸਾਰੀ ਉੱਪਰ ਲੈ ਗਏ ਆਪਾਂ। ਪ੍ਰਾਣ ਸ਼ਕਤੀ ਤਾਂ ਮਿਲਣੀ ਨਹੀਂ ਹੈ ਇੱਧਰਲੇ ਪਾਸੇ ਨੂੰ, ਤੁਹਾਨੂੰ ਗੁੱਸਾ ਆਊਗਾ ਹੀ ਨਹੀਂ, ਕਾਮ ਵੱਲ ਨੂੰ ਬਿਰਤੀ ਜਾਊਗੀ ਨਹੀਂ, ਕਿਉਂਕਿ ਪ੍ਰਾਣ ਸ਼ਕਤੀ ਜਿਹੜੀ ਹੈਗੀ ਉੱਪਰ ਯੂਜ਼ ਹੋ ਗਈ ਹੈ। ਉਹ ਉੱਥੇ ਤਾਂ ਸ਼ਾਂਤੀ, ਉੱਥੇ ਤਾਂ ਮਸਤੀ ਛਾਈ ਹੋਈ ਹੈ। ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੇ ਮਲ ਧੋਈ ਰਹਾਓ। ਊਂ ਤੋਂ ਕਵਲ ਸਗਲ ਸੰਸਾਰ ਹੈ। ਓਏ ਹੋਏ ਹੋਏ, ਦੇਖ ਲਓ ਭਾਈ, ਸਾਰਾ ਸੰਸਾਰ ਕਹਿੰਦੇ, ਸਾਰਾ ਸੰਸਾਰ ਜਿਹੜਾ ਹੈਗਾ ਕਮਲ, ਜਿਹੜਾ ਹਿਰਦਾ ਕਮਲ ਪੁੱਠਾ ਪਿਆ। ਇਹ ਹਿਰਦਾ ਕਮਲ ਕੀ ਹੈਗਾ? ਦੁਰਮਤ ਅਗਨ ਜਗਤ ਪਰ ਜਾ ਰਹੇ। ਕਹਿੰਦੇ ਇਹਦੇ ਵਿੱਚ ਭੈੜੀ ਜਿਹੜੇ ਹੈਗੇ, ਇਹਦੇ ਵਿੱਚ ਜਲ ਹੈਗਾ ਵਿਸ਼ੇ ਵਿਕਾਰਾਂ ਦਾ, ਦੁਰਮਤ ਦਾ, ਅੱਗ ਲੱਗੀ ਹੋਈ। ਆਪਣੀ ਜਿਹੜੀ ਹੈਗੀ ਆ ਇਨਸਾਨ ਦਾ ਜਿਹੜਾ ਹੈਗਾ ਇਹ ਖੇੜਿਆ ਮਾਲਕ ਪਰਮਾਤਮਾ ਦੀ ਤ੍ਰਿਸ਼ਨਾ ਦੀ ਅੱਗ ਹੈ। ਇਹਨੇ ਜਿਹੜਾ ਹੈਗਾ ਆਪਾਂ ਨੂੰ ਸਾੜ ਦੇਣਾ, ਆਪਣੀ ਮਨੁੱਖੀ ਜੂਨ ਨੂੰ। ਦੁਰਮਤ ਅਗਨ ਜਗਤ ਪਰ ਜਾ ਰਿਹਾ, ਸਾਰੇ ਸੰਸਾਰ ਨੂੰ ਦੇਖ ਲਓ। ਊਂਦੋ ਕਮਲ ਸਗਲ ਸੰਸਾਰ ਹੈ। ਐਸੇ ਤਰੀਕੇ ਨਾਲ ਮਨੁੱਖ ਜੀਵਨ ਮਿਲਦੀ ਹੈ ਔਰ ਉਹ ਜਿਹੜੀ ਹੈ ਸੜ ਜਾਂਦੀ ਹੈ। ਊਂਦੋ ਕਮਲ, ਔਰ ਇਹਦੇ ਜਿਹੜੇ ਹੈਗੇ ਆ ਗ੍ਰਾਮੈਟੀਕਲ ਅਰਥ ਜਿਹੜੇ ਹੈਗੇ ਇਸ ਤਰ੍ਹਾਂ ਹੀ ਹੈ ਬਈ ਊਂਦੋ ਕਮਲ, ਬਈ ਜਿਹੜਾ ਹੈਗਾ ਇਨਸਾਨ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਹੈਗਾ ਹਿਰਦਾ ਜਿਹੜਾ ਹੈਗਾ ਭਗਤੀ ਤੋਂ ਜਿਹੜਾ ਹੈਗਾ ਮਾਇਆ ਵੱਲ ਨੂੰ ਲੱਗਿਆ ਹੁੰਦਾ, ਭਗਤੀ ਵੱਲ ਨੂੰ ਸਖਣਾ ਹੁੰਦਾ ਹੁੰਦਾ ਭਗਤੀ ਵੱਲ ਨੂੰ। ਇਹਨਾਂ ਨੇ ਇਹ ਕਿਉਂਕਿ ਜਿਹੜੇ ਹੈਗੇ ਇਹਦੇ ਵਿੱਚ ਜਿਹੜੇ ਹੈਗੇ ਆ ਅੰਮ੍ਰਿਤ ਵਾਲੀ ਗੱਲ ਥੋੜ੍ਹੀ ਨਾ ਹੈਗੀ ਹੈ ਇਹਦੇ ਵਿੱਚ। ਇਹ ਗ੍ਰਾਮੈਟੀਕਲ ਅਰਥ ਹੈਗੇ ਜਿਹੜੇ ਜੇ ਆਪਾਂ ਧਿਆਨ ਸਿਮਰਨ ਦੇ ਨਾਲ ਜਿਹੜਾ ਚੌਥੇ ਪਦ ਨੂੰ ਇਹਨੂੰ ਵਿਚਾਰਾਂਗੇ ਤੇ ਆਪਾਂ ਨੂੰ ਜਿਹੜੇ ਹੈਗੇ ਉਹ ਪਤਾ ਲੱਗੇਗਾ ਭਾਈ। ਇੱਥੇ ਤਾਂ ਗੱਲ ਹੀ ਨਹੀਂ ਕੀਤੀ ਊਂਦੋ ਕਮਲ ਦੇ ਤੇ ਤ੍ਰਿਸ਼ਨਾ ਜਿਹੜੇ ਹੈਗੇ ਉਹਦੇ ਇਹ ਜਿਹੜੇ ਹੈਗੇ, ਕਿਉਂਕਿ ਧਿਆਨ ਸਿਮਰਨ ਜਦ ਤੱਕ ਨਾਮ ਅਭਿਆਸ ਜਦ ਤੱਕ ਇਹ ਚੌਥੇ ਪਦ ਵੱਲ ਨੂੰ ਆਪਾਂ ਜਿਹੜੇ ਹੈਗੇ ਗਤੀ ਨਹੀਂ ਕਰ ਰਹੇ ਇਸ ਪਾਸੇ ਨੂੰ, ਖਾਲੀ ਅਰਥ ਜਿਹੜੇ ਕਰਨੇ ਜਿਹੜੇ ਹੈਗੇ ਗ੍ਰਾਮਰ ਦੇ ਅਨੁਸਾਰ, ਜਿਹੜੇ ਵਿਆਕਰਣ ਦੇ ਅਨੁਸਾਰ, ਉਹਦੇ ਨਾਲ ਨਹੀਂ ਪਾਏ। ਪਰ ਹੈ ਦੇਖੋ ਇਹ ਅਰਥ ਜਿਹੜੇ ਹੈਗੇ ਇਹ ਵੀ ਜਿਹੜੇ ਹੈਗੇ ਸਟਾਰਟਿੰਗ ਜਰਨੀ ਇੱਥੋਂ ਹੀ ਕਰਨੀ ਆ ਆਪਾਂ ਨੇ। ਔਰ ਸਭ ਤੋਂ ਵਧੀਆ ਜਿਹੜੇ ਹੈਗੇ ਆ ਜਿਹੜੇ ਇਹਨਾਂ ਦੇ ਇਹਨਾਂ ਦਾ ਨਾਂ ਹੈ ਭਾਈ ਸਾਹਿਬ ਸਿੰਘ ਦੇ ਜਿਹੜੇ ਹੈਗੇ ਇਹਨਾਂ ਦਾ ਸਭ ਤੋਂ ਵਧੀਆ ਹੈਗਾ। ਪਰ ਇਹਦੇ ਵਿੱਚ ਵੀ ਇਸ ਜਗ੍ਹਾ ਦੇ ਉੱਤੇ ਟਪਲਾ ਖਾ ਜਾਂਦੇ ਆ, ਕਿਉਂਕਿ ਜਿੱਥੇ ਨਾਮ ਵਾਲੀ ਗੱਲ ਆ, ਜਿੱਥੇ ਜਿਹੜੀ ਹੈ ਅੰਮ੍ਰਿਤ ਰਸ ਵਾਲੀ ਗੱਲ ਆ, ਉੱਥੇ ਫਿਰ ਜਿਹੜੇ ਹੈਗੇ ਨਹੀਂ ਜਿਹੜੇ ਹੈ, ਕਿਉਂਕਿ ਉਹ ਇਹ ਜਿਹੜੀ ਹੈਗੀ ਜਿਹੜਾ ਪ੍ਰੈਕਟੀਕਲ ਜਿਹੜਾ ਕਰੇਗਾ ਥਿਓਰੀ ਦੇ ਨਾਲ ਕਿੰਨਾ ਕੁ ਥਿਓਰੀ ਨੂੰ ਐਕਸਪਲੇਨ ਕਰ ਸਕਦੇ। ਜਦ ਤੱਕ ਪ੍ਰੈਕਟੀਕਲ ਕਰਾਂਗੇ ਤਦ ਗੱਲ ਬਣੇਗੀ ਭਾਈ। ਹੁਣ ਦੇਖੋ ਇਸੇ ਸ਼ਬਦ ਨੂੰ ਆਪਾਂ ਇੱਥੇ ਜਿਹੜੇ ਹੈਗੇ ਆ ਦੂਸਰੇ ਬੰਦ 'ਤੇ ਵਾਪਸ ਆ ਜਾਵਾਂਗੇ। ਊਂधो ਕਮਲ ਸਗਲ ਸੰਸਾਰ ਹੈ, ਦੁਰਮਤ ਅਗਨ ਜਗਤ ਪਰ ਜਾਰੇ, ਸੋ ਉਬਰੈ ਗੁਰ ਸ਼ਬਦ ਵਿਚਾਰੇ। ਕਹਿੰਦੇ ਉਹ ਉੱਭਰ ਸਕਦਾ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈਗਾ। ਗੁਰੂ ਦੇ ਸ਼ਬਦ ਨੂੰ ਜਿਹਨੇ ਸ਼ਬਦ ਵਿਚਾਰ ਲਿਆ ਔਰ ਧਿਆਨ ਸਿਮਰਨ ਕਰਤਾ। ਸ਼ਬਦ ਨੂੰ ਵਿਚਾਰਨਾ ਕੀ ਹੈ? ਸ਼ਬਦ ਲਿਖਿਆ ਦੱਦੇ ਨੂੰ ਔਂਕੜਿਆ। ਕਹਿੰਦੇ ਆ ਧਿਆਨ ਸਿਮਰਨ ਗੱਲ ਜਿਹਨੇ ਕੱਢ ਲਈ, ਜਿਹੜਾ ਇਹ ਪ੍ਰੈਕਟੀਕਲ ਕਰ ਰਿਹਾ ਉਹ ਉੱਭਰ ਜਾਏਗਾ ਕਹਿੰਦੇ। ਔਰ ਊਂधो ਕਮਲ ਸਗਲ ਸੰਸਾਰ ਹੈ। ਇਸ ਨੂੰ ਆਪਾਂ ਲੈ ਰਹੇ ਜੀ, ਇਹਨੂੰ ਆਪਾਂ ਖੋਲੀਏ ਵੀ ਇਹ ਊਂधो ਕਮਲ ਕੀ ਹੁੰਦਾ ਹੈ। ਇਹ ਸਮਾਂ ਥੋੜ੍ਹਾ ਹੈ, ਇੱਕ ਛੋਟਾ ਜਿਹਾ ਸ਼ਬਦ ਹੀ ਲੈਨੇ। ਕਬੀਰ ਜੀ ਦਾ ਸ਼ਬਦ ਹੈਗਾ, ਕੁੰਭ ਕਮਲ ਜਲ ਭਰਿਆ। ਕਹਿੰਦੇ ਕੁੰਭ ਕਮਲ ਜਲ ਦੇ ਨਾਲ ਭਰਿਆ ਹੋਇਆ ਹੈ, ਵਿਸ਼ੇ ਵਿਕਾਰਾਂ ਦੇ ਜਲ ਦੇ ਨਾਲ ਜਿਹੜਾ ਹਿਰਦਾ ਕਮਲ ਭਰਿਆ। ਸੰਸਕਾਰ ਪੂਰੇ ਜਿਹੜੇ ਹੈਗੇ ਵਿਸ਼ੇ ਵਿਕਾਰਾਂ ਦੇ ਹੈਗੇ। ਕੁੰਭ ਕਮਲ ਜਲ ਭਰਿਆ, ਇਹ ਅੰਗ ਜਿਹੜਾ ਹੈਗਾ
ਮਾਫ ਕਰਨਾ ਜੀ, ਇਹ 656 ਅੰਗ ਦੇ ਉੱਤੇ ਹੈਗਾ ਗਿਆਨ, 656। ਛੋਟਾ ਜਿਹਾ ਸ਼ਬਦ ਹੈ, ਪੂਰਾ ਲੈ ਲੈਨੇ ਆਪਾਂ। ਸੰਤੋ ਮਨ ਪਾਵਨੈ ਸੁਖ ਬਣਿਆ, ਸੱਸਾ ਮੰਮਾ ਪੱਪਾ ਤੇ ਫਿਰ ਸੱਸਾ। ਸੰਤੋ ਮਨ ਪਾਵਨੈ ਸੁਖ ਬਣਿਆ। ਹੁਣ ਪਵਨ ਹੈ ਜਿਹੜਾ ਹੈਗਾ, ਪਵਨ ਕਰ ਦੋ, ਇਹਦੇ ਅਰਥ ਫਿਰ ਵੀ ਗੱਲ ਨਹੀਂ ਬਣੇਗੀ। ਪਵਨ ਕਿ ਪਵਨ ਦੇ ਨਾਲ ਸੁੱਖ ਆ ਗਿਆ ਮਨ ਨੂੰ ਨਾ। ਸੰਤੋ ਕਹਿ ਰਿਹਾ, ਦੇਖੋ ਐਡਰੈਸ ਕਿਹਨੂੰ ਕਰ ਰਿਹਾ। ਪਹਿਲੀ ਗੱਲ ਤਾਂ ਇਹ ਦੇਖੀ ਆਪਾਂ, ਇਹ ਸ਼ਬਦ ਐਡਰੈਸ ਹੋ ਰਿਹਾ ਹੈ ਸੰਤਾਂ ਨੂੰ, ਜਿਹੜੇ ਅਭਿਆਸੀ ਹੈ, ਅਭਿਆਸ ਕਰ ਰਹੇ, ਜਿਹੜੇ ਅੜ ਜਾਂਦੇ ਆ ਕਿਤੇ। ਸੰਤੋ ਮਨ ਪਾਵਨ ਹੈ ਸੁਖ ਬਣਿਆ। ਕਹਿੰਦੇ ਮਨ ਜਿਹੜਾ ਸੀਗਾ ਇੰਨਾ ਚੰਚਲ ਸੀਗਾ, ਹਵਾ ਵਾਂਗੂ ਜਿਹੜਾ ਚੰਚਲ ਸੀਗਾ, ਫੜਾਈ 'ਚ ਹੀ ਨਹੀਂ ਆਉਂਦਾ ਸੀਗਾ। ਹਵਾ ਦੇਖ ਲਓ ਤੁਸੀਂ, ਕਿਤੇ ਹਵਾ ਜਿਹੜੀ ਹੈਗੀ ਕਿਸੇ ਪਾਸਿਓਂ ਫੜਾਈ 'ਚ ਆਉਂਦੀ ਹੈ ਹਵਾ। ਸੰਤੋ ਮਨ ਪਾਵਨ ਹੈ ਸੁਖ ਬਣਿਆ। ਕਹਿੰਦੇ ਥੋੜ੍ਹਾ ਥੋੜ੍ਹਾ ਜਿਹੜਾ ਹੈਗਾ ਮਨ ਟਿਕਣ ਲੱਗ ਗਿਆ। ਕਿਵੇਂ? ਸੰਤੋ ਮਨ ਪਾਵਨ ਹੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਨਿਆ। ਕਹਿੰਦੇ ਕੁਛ ਜੁੜਨ ਲੱਗ ਗਿਆ ਮੈਂ, ਮੇਰਾ ਰੱਬ ਵਾਲੇ ਪਾਸੇ ਨੂੰ, ਅੰਦਰ ਆਤਮਾ ਵੱਲ ਨੂੰ ਚੱਲ ਪਿਆ, ਕਾਰਵਾਈ ਹੋਣ ਲੱਗ ਪਈ। ਰਹਾਓ ਕੱਢ ਲਿਆ ਜੀ ਸ਼ਬਦ ਹੈ? ਹਾਂਜੀ ਹਾਂਜੀ, ਬਸ ਬਸ, ਬਹੁਤ ਵਧੀਆ। ਸੰਤੋ ਮਨ ਪਾਵਨ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਨਿਆ। ਕਹਿੰਦੇ ਜੋ ਕੁਛ ਜਿਹੜਾ ਜੁੜਨ ਦੀ ਗੱਲ ਮੈਂ ਕਹਿ, ਮੈਨੂੰ ਜੋਗ ਮਿਲ ਗਿਆ। ਥੋੜ੍ਹਾ ਜਿਹਾ ਮੇਰਾ ਮਨ ਜਿਹੜਾ ਹੈਗਾ ਖੜਾ ਹੋਣ ਲੱਗ ਪਿਆ, ਅੰਦਰ ਨੂੰ ਸੁਰਤ ਚੱਲਣ ਲੱਗ ਪਈ। ਰਹਾਓ ਸੰਤੋ ਮਨ ਪਾਵਨ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਨਿਆ। ਰਹਾਓ ਕਿਵੇਂ ਹੋ ਗਿਆ ਜੀ? ਗੁਰੇ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਕਹਿੰਦੇ ਮੇਰੇ ਗੁਰੂ ਨੇ ਮੋਰੀਆਂ ਦੱਸ ਦਿੱਤੀਆਂ, ਜਿੱਧਰ ਦੀ ਹਿਰਨ ਆਉਂਦੇ ਆ। ਇਹ ਅੱਖਾਂ, ਕੰਨ, ਨੱਕ, ਜੀਭ, ਇਹ ਜਿਹੜੀ ਹੈਗੀ ਚਮੜੀ, ਇੰਦਰੀ, ਸਾਰੇ ਕਹਿੰਦੇ ਦੱਸ ਦਿੱਤੇ ਮੇਰੇ ਗੁਰੂ ਨੇ। ਆਹ ਮੋਰੀਆਂ ਆ ਪਿਆਰਿਆ, ਇੱਧਰ ਦੀ ਆ ਰਿਹਾ, ਇੱਧਰ ਦੀ ਲੁੱਟ ਰਿਹਾ ਤੈਨੂੰ, ਇੱਧਰ ਤੇਰੀ ਪ੍ਰਾਣ ਸ਼ਕਤੀ ਲੈ ਕੇ ਜਾ ਰਿਹਾ, ਇਹ ਬਾਹਰ ਤੈਨੂੰ ਲੈ ਕੇ ਜਾ ਰਿਹਾ ਇਸ ਤਰੀਕੇ ਦੇ ਨਾਲ, ਅੰਦਰ ਨਹੀਂ ਵੜਨ ਦੇ ਰਹੇ। ਇਹ ਮੋਰੀਆਂ ਬੰਦ ਕਰ ਪਹਿਲਾਂ। ਸੰਤੋ ਮਨ ਪਾਵਨ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਨਿਆ। ਰਹਾਓ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲੀਏ ਦਰਵਾਜੇ, ਮੈਂ ਬੰਦ ਕਰਤੀਆਂ ਮੋਰੀਆਂ ਧਿਆਨ ਸਿਮਰਨ ਦੇ ਦੁਆਰਾ। ਮੂੰਦ ਲੀਏ ਦਰਵਾਜੇ, ਬਾਜੀ ਲੈ ਅਨਹਦ ਬਾਜੇ। ਇਹ ਦੇਖੋ, ਇਹਦੇ ਉੱਤੇ ਆਪਾਂ ਨੇ ਠਾਕਣਾ ਹੈ, ਇਹਨਾਂ ਨੂੰ ਰੋਕਣਾ ਹੈ, ਆਪਣੇ ਆਪ ਨੂੰ ਇਸ ਪਾਸਿਓਂ, ਇਹ ਲੀਕੇਜ ਤੋਂ ਰੋਕਣਾ ਹੈ ਆਪਾਂ ਨੇ, ਟੂਟੀਆਂ ਬੰਦ ਕਰਨੀਆਂ ਹੈ। ਇੱਥੋਂ ਪ੍ਰਾਣ ਸ਼ਕਤੀ ਜਾ ਰਹੀ ਹੈ ਆਪਣੀ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲੀਏ ਦਰਵਾਜੇ, ਬਾਜੀ ਲੈ ਅਨਹਦ ਬਾਜੇ। ਕਹਿੰਦੇ ਅਨਹਦ ਬਾਜੇ ਵੱਜਣ ਲੱਗ ਪਏ ਮੇਰੇ ਅੰਦਰ, ਤਾਂ ਕਮਾਲ ਹੋ ਗਈ। ਕੁੰਭ ਕਮਲ ਜਲ ਭਰਿਆ। ਕਹਿੰਦੇ ਮੇਰਾ ਹਿਰਦਾ ਕਮਲ ਜਿਹੜਾ ਸੀਗਾ, ਐਸਾ ਵਿਸ਼ੇ ਵਿਕਾਰਾਂ ਦੇ ਜਲ ਨਾਲ ਭਰਿਆ ਹੋਇਆ ਸੀਗਾ, ਔਰ ਜਿਹੜਾ ਮੁਰਝਾਇਆ ਪਿਆ ਸੀ, ਮੁੱਦਾ ਪਿਆ ਸੀਗਾ। ਕੁੰਭ ਕਮਲ ਜਲ ਭਰਿਆ, ਜਲ ਮੇਟਿਆ, ਉਭਾ ਕਰਿਆ। ਕਹਿੰਦੇ ਹੁਣ ਉਹ ਜਲ ਮੈਂ ਵਿਸ਼ੇ ਵਿਕਾਰਾਂ ਦਾ ਮੇਟ ਦਿੱਤਾ, ਡੋਲ ਦਿੱਤਾ, ਤੇ ਉਹ ਖੜਾ ਹੋ ਗਿਆ ਕਮਲ। ਕਮਲ ਪ੍ਰਕਾਸ਼ ਹੋ ਗਿਆ, ਕਮਲ ਦੇ ਵਿੱਚ ਅੰਮ੍ਰਿਤ ਰਸ ਇਕੱਠਾ ਹੋਣ ਲੱਗ ਪਿਆ। ਹੁਣ ਕੁੰਭ ਕਮਲ ਜਲ ਭਰਿਆ, ਜਲ ਮੇਟਿਆ, ਉਭਾ ਕਰਿਆ। ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤਉ ਮਨ ਮਾਨਿਆ। ਕਹਿੰਦੇ ਤੇਰੇ ਜਾਣੇ ਮਾਲਕਾ, ਤੇਰੀ ਕਿਰਪਾ ਹੋ ਗਈ, ਤੇਰੀ ਕਿਰਪਾ ਹੋ ਗਈ, ਤੇ ਆਹ ਜਿਹੜਾ ਹੈਗਾ ਅੰਮ੍ਰਿਤ ਵਾਲੀ ਚੀਜ਼ ਜਿਹੜੀ ਹੈਗੀ, ਇਹ ਪਤਾ ਲੱਗ ਗਈ। ਜਦ ਚੱਖ ਲਿਆ, ਜਦ ਜਾਣ ਲਿਆ, ਤਾਂ ਮੇਰਾ ਮਨ ਫਿਰ ਜਿਹੜਾ ਜਦ ਦੇਖੋ, ਕਦੀ ਵੀ ਬੱਚਾ ਜਿਹੜਾ ਹੈਗਾ, ਉਹਨੂੰ ਜਿਹੜਾ ਹੈਗਾ ਖਿਡਾਉਣਾ ਜਿਹੜਾ ਹੈਗਾ ਪੁਰਾਣਾ ਤਾਂ ਛੱਡੂਗਾ ਜੇ ਉਹਨੂੰ ਵਧੀਆ ਦੇ ਦੋਗੇ ਤੁਸੀਂ। ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤਉ ਮਨ ਮਾਨਿਆ। ਆਹ ਦੇਖੋ ਹੁਣ ਇੱਥੇ ਜਿਹੜਾ ਕਬੀਰ ਜੀ ਨੇ ਦੱਸਿਆ ਭਾਈ, ਇਹ ਜਲ ਜਿਹੜਾ ਹੈਗਾ, ਅੰਮ੍ਰਿਤ ਰਸ ਜਿਹੜਾ ਹੈਗਾ, ਇਹ ਖਾਲੀ ਇਹ ਨਹੀਂ ਹੈਗਾ ਕਿ ਭਾਈ ਧਿਆਨ ਸਿਮਰਨ ਜਿਹੜਾ ਹੈਗਾ ਉਹ
ਉਹਦੇ ਬਾਰੇ ਜਿਹੜਾ ਦੱਸ ਰਹੇ ਆ ਕਿ ਜਿਹੜਾ ਹੈਗਾ ਹੁੰਦੋ ਕਮਲ ਸਗਲ ਸੰਸਾਰ ਹੈ ਵੀ ਉਹਨਾਂ ਦਾ ਕਮਲ ਜਿਹੜਾ ਹੈ ਸੰਸਾਰ ਦਾ ਪੁੱਠਾ ਜਿਹੜਾ ਹੈਗਾ ਬਿਰਤੀ ਜਿਹੜੀ ਹੈਗੀ ਸੰਸਾਰ ਵੱਲ ਨੂੰ ਹੈਗੀ। ਹੁੰਦੋ ਕਮਲ ਸਗਲ ਸੰਸਾਰ ਹੈ, ਸਾਰਾ ਸੰਸਾਰ ਵੱਲ ਨੂੰ ਬਿਰਤੀ ਹੈਗੀ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀ। ਠੀਕ ਹੈ ਉਹ, ਪਰ ਜਿਹੜਾ ਹੈਗਾ ਅੰਮ੍ਰਿਤ ਰਸ ਦੀ ਗੱਲ ਤਾਂ ਹੈ ਹੋ ਨਹੀਂ ਰਹੀ ਇੱਥੇ। ਵਿਸ਼ੇ ਵਿਕਾਰਾਂ ਦੇ ਜਲ ਦੀ ਤਾਂ ਕੋਈ ਗੱਲ ਨਹੀਂ ਕਰ ਰਹੇ। ਕਵਲ ਲਿਖਿਆ ਹੈ, ਕਵਲ ਨੂੰ ਔਂਕੜ ਲਾਈ ਹੈ ਮਹਾਰਾਜ ਨੇ। ਇਹ ਜਿਹੜੀ ਹੈਗੀ ਆ ਉਹ ਇਹਨਾਂ ਦੇ ਅਰਥ ਜਿਹੜੇ ਹੈਗੇ ਇਹਦੇ ਵਿੱਚ ਆਹ ਚੀਜ਼ ਨਹੀਂ ਹੈ। ਇਸ ਕਰਕੇ ਭਾਈ ਅਰਥ ਆਪਣੇ ਬਣਨੇ ਆ, ਆਪਣੇ ਅਰਥ ਬਣਨੇ ਆ। ਜਿਉਂ ਜਿਉਂ ਅੰਦਰ ਦੀ ਪ੍ਰੈਕਟੀਕਲ ਕਰਾਂਗੇ ਤੇ ਆਪਣੇ ਅਰਥ ਬਣਨਗੇ ਤਾਂ ਜਿਹੜਾ ਹੈਗਾ ਉਹ ਹੈਗੇ ਭਾਈ ਚੌਥੇ ਪਦ ਦੀ ਗੱਲ ਆਏਗੀ ਤਾਂ। ਸਹਾਰਾ ਸਟਾਰਟਿੰਗ ਜਰਨੀ ਉੱਥੋਂ ਕਰਨੀ ਹੈ, ਪਰ ਪਹੁੰਚਣਾ ਜਾਏ ਅੱਗੇ ਆਹ ਚੀਜ਼ ਇੱਥੇ ਆਉਣਾ ਹੈ ਭਾਈ। ਅੰਦਰ ਜਿਹੜੇ ਹੈਗੇ ਚੌਥੇ ਪਦ ਦੇ ਸਪਿਰਚੁਅਲ ਜਿਹੜੇ ਹੈਗੇ ਮੀਨਿੰਗ ਉਹ ਆਪਾਂ ਨੂੰ ਪ੍ਰੈਕਟੀਕਲ ਦੇ ਨਾਲ ਆਉਣੇ। ਜਿਉਂ ਜਿਉਂ ਜਿੰਨਾ ਪ੍ਰੈਕਟੀਕਲ ਕਰਾਂਗੇ ਉਵੇਂ ਉਵੇਂ ਲਿਸ਼ਕਾਰੇ ਦੇ ਨਾਲ ਇਹ ਜਿਹੜੇ ਹੈਗੇ ਤਿਉਂ ਜਿਹੜੀ ਹੈਗੀ ਆਪਾਂ ਨੂੰ ਇਹ ਬਾਣੀ ਜਿਹੜੀ ਹੈਗੀ ਇਹ ਜਿਹੜੀ ਹੈਗੀ ਆ ਇਹਦੀ ਉਚਾਈ ਦਾ ਪਤਾ ਲੱਗਦਾ ਰਹੂਗਾ। ਹੁੰਦੋ ਕਮਲ ਸਗਲ ਸੰਸਾਰ ਹੈ, ਦੁਰਮਤ ਅਗਨ ਜਗਤ ਪਰ ਜਾ ਰਹੇ। ਪੈੜੀ ਮਾਤਿਆ ਇਹ ਵਿਸ਼ੇ ਵਿਕਾਰਾਂ ਦਾ ਜਲ ਹੈਗਾ, ਬਾਰ ਇੰਦਰੀਆਂ ਨੂੰ ਉਸੇ ਪਾਸੇ ਲੈ ਜਾਂਦਾ। ਸਾਰਾ ਸੰਸਾਰ ਇਹਦੇ ਵਿੱਚ ਹੀ ਸੜ ਜਾਂਦਾ ਹੈ, ਆਪਣੇ ਜੀਵਨ ਸਾੜ ਦਿੰਦੇ ਆ। ਸੋ ਉਬਰੈ ਗੁਰ ਸ਼ਬਦ ਵਿਚਾਰ ਹੈ, ਉਹ ਉਬਰਦਾ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਵਿਚਾਰਦਾ ਹੈ ਭਾਈ। ਜਿਹਨੇ ਸ਼ਬਦ ਪ੍ਰਗਟ ਹੋ ਗਿਆ ਜਿਹਦੇ ਅੰਦਰ, ਜਿਹੜੇ ਗੁਰੂ ਦੀ ਬਾਣੀ ਗੁਰੂ ਦੀ ਮੱਤ ਨੂੰ ਵਿਚਾਰਿਆ। ਹੁਣ ਆਪਾਂ ਦੇਖ ਲਓ ਆਹ ਗੁਰੂ ਦੀ ਮੱਤ ਜਿਹੜੀ ਆਪਾਂ ਨੂੰ ਕਲੀਅਰ ਕੱਟ ਇੰਸਟਰਕਸ਼ਨ ਦੇ ਰਿਹਾ ਭਾਈ ਆਹ ਕੰਮ ਕਰਨ ਵਾਲਾ ਹੈ, ਆਹ ਚੀਜ਼ ਛੱਡਣੀ ਹੈ, ਆਹ ਚੀਜ਼ ਇੱਧਰ ਨੂੰ ਜਾਣਾ ਹੈ। ਮੰਨ ਲਾਂਗੇ ਤੇ ਜਿੱਤ ਜਾਵਾਂਗੇ, ਨਹੀਂ ਮੰਨਾਂਗੇ ਤੇ ਹਾਰ ਜਾਵਾਂਗੇ ਭਾਈ। ਪ੍ਰਿੰਗ ਪਤੰਗ ਕੁੰਚਰ ਔਰ ਮੀਨਾ ਆਹ ਦੇਖ ਲਓ ਦੱਸ ਰਹੇ ਭਾਈ ਲੀਕੇਜ। ਪ੍ਰਿੰਗ ਕਹਿੰਦੇ ਭੌਰਾ, ਕਹਿੰਦੇ ਭੌਰੇ ਦੇ ਅੰਦਰ ਇੱਕ ਅਵਗੁਣ ਹੈਗਾ ਭਾਈ। ਉਹਨੂੰ ਜਿਹੜਾ ਹੈਗਾ ਉਹ ਪਰਾਗ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹ ਰਸ ਕਮਲ ਦਾ ਫੁੱਲਾਂ ਦਾ ਰਸ ਜਿਹੜਾ ਹੈਗਾ ਉਹਨੂੰ ਚੰਗਾ ਲੱਗਦਾ, ਉੱਥੇ ਬੰਨਿਆ ਜਾਂਦਾ, ਉਹਦੇ ਵਿੱਚ ਹੀ ਮਰ ਜਾਂਦਾ, ਕਮਲ ਬੰਦ ਹੋ ਜਾਂਦਾ। ਪਤੰਗ ਪਤੰਗਾ ਜਿਹੜਾ ਹੈਗਾ ਭਮੱਕੜ, ਕਹਿੰਦੇ ਇਹਨਾਂ ਨੂੰ ਦ੍ਰਿਸ਼ਟ ਵਿਕਾਰ ਹੀ ਹੈ, ਇਹਨਾਂ ਨੂੰ ਅੱਖਾਂ ਦਾ ਹੈਗਾ। ਇਨਸਾਨ ਨੂੰ ਵੀ ਪੂਰਾ ਅੱਖਾਂ ਦਾ ਕਿੰਨਾ ਹੈਗਾ, ਆਪਾਂ ਨੂੰ ਅੱਖਾਂ ਦਾ ਰੂਪ ਪਰਾਇਆ ਤਨ ਪਰਾਇਆ ਤਨ, ਆਹੀ ਪਤੰਗੜ ਹੈਗੇ ਆਪਾਂ। ਕੁੰਚਰ ਨੂੰ ਕਾਮ ਦਾ ਹੈਗਾ। ਹਾਥੀ ਕਾਮ ਦੇ ਨਾਲ ਵਸ ਕਰਦੇ ਸੀਗੇ, ਉਹਨੂੰ ਟੋਆ ਖੋਦ ਕੇ ਜਿਹੜੀ ਹੈਗੀ ਕਾਗਜ਼ਾਂ ਦੀ ਹੱਥਨੀ ਉੱਪਰ ਬਣਾ ਦਿੰਦੇ ਸੀ। ਹਾਥੀ ਆਉਂਦਾ ਸੀਗਾ ਬਿਲਕੁਲ, ਉਹ ਟੋਏ ਦੇ ਵਿੱਚ ਡਿੱਗ ਪੈਂਦਾ ਸੀ, ਕਿੰਨੇ ਦਿਨ ਭੁੱਖੇ ਰੱਖਦੇ ਸੀ। ਨਹੀਂ ਤਾਂ ਹਾਥੀ ਤਾਂ ਕਦੀ ਵਸ 'ਚ ਹੀ ਨਹੀਂ ਆਉਂਦਾ, ਇੰਨਾ ਜ਼ਬਰਦਸਤ ਇੰਨੀ ਪਾਵਰ ਆ ਉਹਦੇ ਵਿੱਚ। ਪ੍ਰਿੰਗ ਪਤੰਗ ਕੁੰਚਰ ਔਰ ਮੀਨਾ, ਮੀਨ ਜਿਹੜੀ ਮੱਛੀ ਦੇਖ ਲਓ ਕਿਵੇਂ ਕੁੰਡੇ 'ਚ ਫਸ ਕੇ ਆ ਜਾਂਦੀ ਹੈ, ਕਿਉਂਕਿ ਇਹਨੂੰ ਜੀਭ ਦਾ ਹੈ ਆਪ। ਔਰ ਮਿਰਗ ਜਿਹੜਾ ਹੈਗਾ ਉਹ ਜਿਹੜਾ ਘੰਡਾ ਹੇਠੀ ਜਿਹੜੀ ਹੈਗੀ ਘੜੇ ਦੇ ਚਿੱਪੀ ਵਜਾਉਂਦੇ ਸੀ ਤੰਦ ਦੇ ਨਾਲ, ਅਤੇ ਉਹਦੇ ਨਾਲ ਉਹ ਘੜੇ ਦੀ ਆਵਾਜ਼ ਆਉਂਦੀ ਸੀ, ਉਹ ਜਿਹੜਾ ਸੁਣਦਾ ਹੈਗਾ ਉਹਨੂੰ। ਮਿਰਗ ਮਰੈ ਸਹਿ ਆਪਣਾ ਕੀਨਾ, ਸਨਮੁਖ ਸਹਿਬਾਨ ਹੈ ਮ੍ਰਿਗ ਅਰਪੇ ਮਨ ਤਨ ਪ੍ਰਾਣ ਹੈ, ਉਹ ਬੇਦਿਓ ਸਹਿਜ ਸਰੋਤ। ਸਨਮੁਖ ਬਾਣ ਸਹਿ ਲੈਂਦਾ ਹੈ, ਕਹਿੰਦੇ ਸਾਹਮਣੇ ਸ਼ਿਕਾਰੀ ਹੈਗਾ ਪਰ ਉਹ ਧੁਨ 'ਤੇ ਜਾ ਰਿਹਾ ਹੈ। ਸਰੋਤ ਕਹਿੰਦੇ ਕੰਨ, ਕਹਿੰਦੇ ਕੰਨਾਂ ਦੇ ਨਾਲ ਬਿੰਨਿਆ ਗਿਆ ਮੇਰਾ ਪੂਰਾ ਜਿਹੜਾ ਹੈਗਾ, ਉਹਨੂੰ ਕੋਈ ਪਰਵਾਹ ਨਹੀਂ ਹੈ, ਉਹ ਤੀਰ ਮਾਰ ਕੇ ਜਦੇ ਮਾਰ ਦਿੰਦੇ। ਮ੍ਰਿਗ ਅਰਪੈ ਮਨ ਤਨ ਪ੍ਰਾਣ ਹੈ, ਪ੍ਰਾਣ ਸਾਰੇ ਅਰਪਣ ਕਰ ਦਿੰਦਾ ਉਹ। ਸਨਮੁਖ ਸਹਿਬਾਨ, ਸਨਮੁਖ ਸਾਹਮਣੇ ਹੋ ਕੇ ਤੀਰ ਸਹਿੰਦਾ ਹੈ ਉਹ। ਬੇਦਿਓ ਸਹਿਜ ਸਰੋਤ, ਉਹ ਕਹਿੰਦੇ ਉਹਦੇ ਅੰਦਰ ਜਿਹੜਾ ਹੈਗਾ ਉਹ ਇੰਦਰੀ ਹੈਗੀ ਆ ਉਹਦੀ, ਕੰਨਾਂ ਦੇ ਨਾਲ ਕੰਨ ਰਸ ਹੈਗਾ ਉਹਦੇ ਕੋਲ। ਤ੍ਰਿਸ਼ਨਾ ਰਾਚ ਤੱਤ ਨਹੀਂ ਬੀਨਾ, ਤ੍ਰਿਸ਼ਨਾ ਦੇ ਵਿੱਚ ਰਚੇ ਹੋਏ ਆਪਾਂ ਤੱਤ ਵਸਤੂ ਲਈ ਨਹੀਂ ਹੈ। ਹੁਣ ਦੇਖ ਲਓ ਇੱਕ ਜਿਹੜਾ ਹੈਗਾ ਐਗਜ਼ਾਮਪਲ ਲੈ ਰਹੇ ਆਪਾਂ ਨੂੰ। ਪ੍ਰਿੰਗ ਦੀ ਐਗਜ਼ਾਮਪਲ ਲਈ, ਪਤੰਗੇ ਦੀ ਲਈ, ਕੁੰਚਰ ਦੀ ਲਈ, ਕਹਿੰਦੇ ਇੱਕ ਜਿਹੜਾ ਹੈਗਾ ਇੱਕ ਇਹਨਾਂ ਦਾ ਜਿਹੜਾ ਹੈ ਇੰਦਰੀ ਰਸ ਇੱਕ ਹੈਗਾ ਇਹਨਾਂ ਦਾ,
ਕਿਸੇ ਨੂੰ ਅੱਖਾਂ ਦਾ ਹੈਗਾ, ਕਿਸੇ ਨੂੰ ਕਾਮ ਦਾ ਹੈਗਾ, ਕਿਸੇ ਨੂੰ ਸਵਾਦ ਦਾ ਹੈਗਾ, ਕਿਸੇ ਨੂੰ ਸੁਣਨ ਦਾ ਹੈਗਾ। ਕਹਿੰਦੇ ਇਹਦੇ ਨਾਲ ਦੇਖੋ ਉਹਨਾਂ ਦਾ ਜੀਵਨ ਚਲੇ ਜਾਂਦਾ, ਉਹਨਾਂ ਦੀ ਜਾਨ ਚਲੇ ਜਾਂਦੀ ਹੈ। ਇੱਕ ਸਵਾਦ ਦੇ ਨਾਲ ਜਿਹੜਾ ਹੈਗਾ ਜਾਨ ਚਲੇ ਜਾਂਦੀ ਹੈ। ਭ੍ਰਿੰਗ ਪਤੰਗ ਕੁੰਚਰ ਔਰ ਮੀਨਾ, ਮ੍ਰਿਗ ਮਰੇ ਸਹਿ ਆਪਣਾ ਕੀਨਾ, ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ। ਕਹਿੰਦੇ ਤ੍ਰਿਸ਼ਨਾ ਦੇ ਵਿੱਚ ਰਚ ਗਏ ਆ, ਤਤ ਵਸਤੂ ਨਹੀਂ ਲਈ। ਭ੍ਰਿੰਗ ਪਤੰਗ ਕੁੰਚਰ ਔਰ ਮੀਨਾ, ਮ੍ਰਿਗ ਮਰੇ ਸਹਿ ਆਪਣਾ ਕੀਨਾ, ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ। ਔਰ ਆਪਣੇ ਅੰਦਰ ਜਿਹੜੇ ਹੈਗੇ ਦੇਖੋ ਸਾਰੇ ਦੇ ਸਾਰੇ ਰੋਗ ਆ। ਆਪਾਂ ਨੂੰ ਦ੍ਰਿਸ਼ਟੀ ਦਾ ਵੀ ਹੈਗਾ, ਕੰਨਾਂ ਦਾ ਵੀ ਹੈਗਾ, ਜੀਭ ਦਾ ਵੀ ਹੈਗਾ, ਇੰਦਰੀ ਦਾ ਵੀ ਹੈਗਾ, ਸਾਰੇ ਦੇ ਸਾਰੇ ਮੋਰੀਆਂ ਆਪਣੀਆਂ ਖੁੱਲੀਆਂ ਪਾਏ, ਸਾਰੇ ਹੈਗੇ ਆਪਣੇ ਅੰਦਰ, ਸਾਰੀਆਂ ਹੀ ਇੰਦਰੀਆਂ। ਇਹੀ ਇਨਸਾਨ ਬਣਾਇਆ ਮਾਲਕ ਪਰਮਾਤਮਾ ਨੇ। ਜਾਨਵਰਾਂ ਨੂੰ ਇੱਕ ਜਿਹੜਾ ਹੈਗਾ ਉਹਦਾ ਡਿਫੈਕਟ ਹੈਗਾ ਉਹਨਾਂ ਦੇ ਅੰਦਰ। ਆਪਾਂ ਜਿਹੜੇ ਇੱਕ ਦੇ ਨਾਲ ਹੀ ਜਿਹੜੇ ਹੈਗੇ ਉਹ ਆਪਣਾ ਜੀਵਨ ਖਤਮ ਹੋ ਜਾਂਦਾ ਉਹਨਾਂ ਦਾ। ਔਰ ਆਪਣੇ ਅੰਦਰ ਜਿਹੜੇ ਹੈਗੇ ਦੇਖ ਲਓ ਆਪਾਂ ਨੂੰ, ਕਿਉਂਕਿ ਆਪਾਂ ਨੂੰ ਮੁਕਤੀ ਹੈ ਆਪਣੇ ਕੋਲ ਅੰਮ੍ਰਿਤ ਦੇਣਾ ਹੈ ਮਾਲਕ ਪਰਮਾਤਮਾ ਨੇ, ਇਸ ਕਰਕੇ ਪੂਰੇ ਆ ਪਾਏ, ਐਗਜ਼ਾਮ 'ਚ ਪੂਰਾ ਹੈ ਪਾਏ। ਆਪਾਂ ਤਾਂ ਜਿਹੜਾ ਹੈਗੇ ਟੋਟਲ ਜਿਹੜਾ ਹੈਗਾ ਆਪਾਂ ਨੂੰ ਆਉਣਾ ਪੈਣਾ। ਇਸ ਤੋਂ ਉੱਪਰ ਤਾਂ ਕੋਈ ਟੈਸਟ ਹੀ ਨਹੀਂ ਹੈਗਾ। ਭ੍ਰਿੰਗ ਪਤੰਗ ਕੁੰਚਰ ਔਰ ਮੀਨਾ, ਮਿਰਗ ਮਰੈ ਸਹਿ ਆਪਣਾ ਕੀਨਾ, ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ। ਇਨਸਾਨ ਤ੍ਰਿਸ਼ਨਾ ਦੇ ਵਿੱਚ ਰੱਜ ਜਾਂਦਾ, ਤੱਤ ਵਸਤੂ ਲੈਂਦਾ ਨਹੀਂ ਹੈ। ਹੁਣ ਅੱਗੇ ਫਿਰ ਐਗਜ਼ਾਮਪਲ ਦੇ ਰਹੇ ਮਹਾਰਾਜ, ਕਾਮ ਚਿਤੇ ਕਾਮਣ ਹਿਤਕਾਰੀ। ਕਹਿੰਦੇ ਜਿਹੜਾ ਹੈਗਾ ਕਾਮਣ ਕਹਿੰਦੇ ਆ ਸੁੰਦਰ ਔਰਤ, ਕਹਿੰਦੇ ਕਾਮ ਦੇ ਵਾਸਤੇ ਚਿੱਤ ਦੇ ਵਿੱਚ 24 ਘੰਟੇ ਕਾਮ ਦੇ ਖਿਆਲ ਆਉਣਗੇ, ਜਿਹੜਾ ਕਾਮਣ ਹਿਤਕਾਰੀ ਹੈਗਾ। ਕ੍ਰੋਧ ਵਿਨਾਸ਼ੇ ਸਗਲ ਵਿਕਾਰੀ। ਔਰ ਕਾਮ ਦੇ ਬਾਅਦ ਫਿਰ ਕ੍ਰੋਧ ਆਉਂਦਾ ਹੈ, ਫਿਰ ਵਿਨਾਸ਼ ਹੋ ਜਾਂਦਾ ਹੈ ਵਿਸ਼ੇ ਵਿਕਾਰਾਂ ਦੇ ਦੁਆਰਾ। ਸਾਰੇ ਵਿਸ਼ੇ ਵਿਕਾਰ ਰਹਿੰਦੇ ਆ, ਕਾਮ ਤੋਂ ਸਟਾਰਟ ਹੁੰਦਾ ਹੈ, ਬਾਕੀ ਸਾਰੇ ਵਿਸ਼ੇ ਵਿਕਾਰ ਆ ਜਾਂਦੇ ਆ। ਕਾਮ ਚਿਤੇ ਕਾਮਣ ਹਿਤਕਾਰੀ, ਕ੍ਰੋਧ ਵਿਨਾਸ਼ੇ ਸਗਲ ਵਿਕਾਰੀ, ਪਤ ਮਤ ਖੋਵੇਂ ਨਾਮ ਵਿਸਾਰੀ। ਕਹਿੰਦੇ ਮਤ ਵੀ ਖੋ ਜਾਂਦੀ ਹੈ, ਮਤ ਤਾਂ ਆਉਂਦੀ ਨਹੀਂ ਹੈ, ਸਾਰਾ ਕੁਝ ਸਾਫ਼ ਹੋ ਜਾਂਦਾ ਹੈ। ਪੱਤ ਜਿਹੜੀ ਹੈਗੀ ਇੱਜ਼ਤ ਵੀ ਗਵਾ ਜਾਂਦੀ, ਲੋਕ ਪਰਲੋਕ ਦੋਨਾਂ 'ਚ ਇੱਜ਼ਤ ਚਲੇ ਜਾਂਦੀ ਇਨਸਾਨ ਦੇ ਕਾਮ ਦੇ ਵਸ ਪੈ ਹੁੰਦਾ। ਤੇ ਪੱਤ ਮਤ ਖੋਵੇਂ ਨਾਮ ਵਿਸਾਰੀ, ਨਾਮ ਵਿਸਾਰਿਆ ਹੈ। ਪਰ ਘਰੇ ਚੀਤ ਮਨਮੁਖ ਡੋਲਾਏ। ਮਨਮੁਖ ਕਹਿੰਦੇ ਆ ਪਰਾਏ ਘਰ ਦੇ ਵਿੱਚ ਚਿੱਤ ਡੋਲਦਾ ਹੈ, ਪਰਾਏ ਤਨ, ਪਰਾਇਆ ਰੂਪ। ਪਰ ਕਰ ਚੀਤ ਮਨਮੁਖ ਡੋਲਾਏ, ਗਲ ਜੇਵਰੀ ਧੰਦੇ ਲਪਟਾਏ। ਗਲ ਦੇ ਉੱਤੇ ਜੇਵਰੀ ਹੈ ਪਾਏ, ਇਹੀ ਜੇਵਰੀ ਹੈ ਮਾਇਆ ਦੀ। ਆਹੀ ਹਰਡਲ ਆ, ਆਹੀ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗੇ ਆ ਇਸੇ ਨੂੰ ਹਟਾਉਣਾ ਹੈ ਆਪਾਂ ਨੇ। ਇਹੀ ਅਵਗੁਣ ਆ, ਇਹੀ ਵਿਸ਼ੇ ਵਿਕਾਰਾਂ ਦਾ ਜਲ ਹੈਗਾ। ਪਰ ਕਰ ਚੀਤ ਮਨਮੁਖ ਡੋਲਾਏ, ਗਲ ਜੇਵਰੀ ਧੰਦੇ ਲਪਟਾਏ। ਗੁਰਮੁਖੇ ਛੂਟੇ ਸਰ ਗੁਣ ਗਾਏ। ਛੁੱਟ ਸਕਦਾ ਪਿਆਰਿਆ, ਗੁਰੂ ਦੀ ਮੱਤ ਲੈ ਕੇ ਸ਼ੁਰੂ ਕਰ ਦੇ ਜੋ ਗੁਰੂ ਕਹਿ ਰਿਹਾ ਕੰਮ। ਗੁਰਮੁਖੀ ਛੂਟੇ ਸਰ ਗੁਣ ਗਾਏ। ਹਰ ਗੁਣ ਗਾਉਣੇ ਕੀ ਹੈ? ਆਪਣੇ ਭਗਤੀ ਕਰਨੀ, ਗਿਆਨ ਲੈ, ਧਿਆਨ ਕਰ ਔਰ ਚੰਗੇ ਕਰਮ ਕਰ। ਜੋ ਤਨ ਵਿਧਵਾ ਪਰ ਕੋ ਦੇਈ। ਹੁਣ ਦੇਖੋ ਪਹਿਲਾਂ ਜਿਹੜੇ ਹੈਗੇ ਆ, ਜਿਹੜੇ ਵਿਧਵਾ ਹੋ ਜਾਂਦੀ ਸੀ, ਜੀ ਔਰਤ ਜਵਾਨ ਜਿਹੜੀ ਹੈ ਵਿਧਵਾ ਹੋ ਗਈ ਵਿਚਾਰੀ, ਉਹ ਜਿਹੜੀ ਹੈਗੀ ਉਹਨੂੰ ਬੜੀ ਬੁਰੀ ਨਜ਼ਰ ਦੇ ਨਾਲ ਦੇਖਦੇ ਸੀ। ਨਾ ਤਾਂ ਦੁਬਾਰਾ ਵਿਆਹ ਨਹੀਂ ਕਰਦੇ ਸੀ ਉਹਦਾ, ਔਰ ਨਾ ਉਹਨੂੰ ਜਿਹੜੀ ਹੈਗੀ ਕਮਾਈ ਦਾ ਸਾਧਨ ਹੁੰਦਾ ਸੀ। ਪੈਸੇ ਵੱਲੋਂ ਵੀ ਤੰਗੀ ਆ ਜਾਂਦੀ ਸੀ ਵਿਚਾਰੀ ਨੂੰ, ਕੋਈ ਸਪੋਰਟ ਵੀ ਨਹੀਂ ਕਰਦਾ ਸੀਗਾ। ਜੋ ਤਨ ਵਿਧਵਾ ਪਰ ਕੋ ਦੇਈ। ਇਸ ਕਰਕੇ ਮਜਬੂਰੀ ਬਸ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਸ ਪਾਸੇ ਜਾਣਾ ਪੈਂਦਾ ਸੀਗਾ। ਜੋ ਤਨ ਵਿਧਵਾ ਪਰ ਕੋ ਦੇਈ, ਕਾਮ ਦਾਮ ਚਿੱਤ ਪਰ ਵਸ ਹੋ ਸਈ। ਕਹਿੰਦੇ ਕਾਮ ਦੇ ਵਾਸਤੇ ਤੇ ਜਿਹੜਾ ਦਾਮ, ਜਿਹੜੇ ਪੈਸੇ ਚਾਹੀਦੇ ਉਹਨੂੰ ਵਿਚਾਰੀ ਨੂੰ ਗੁਜ਼ਾਰਾ ਕਰਨਾ ਉਹਨੇ, ਤਾਂ ਉਹ ਚਿੱਤ ਜਿਹੜਾ ਹੈਗਾ ਜਾਂ ਉਹ ਆਪਣਾ ਤਨ ਜਿਹੜਾ ਹੈਗਾ ਭਰਾਏ ਨੂੰ ਦੇ ਦਿੰਦੀ ਸੀ। ਜੋ ਤਨ ਵਿਧਵਾ ਪਰ ਕੋ ਦੇਈ, ਕਾਮ ਦਾਮ ਚਿੱਤ ਪਰ ਵਸ ਸਈ। ਬਿਨ ਫਿਰ ਤ੍ਰਿਪਤ ਨਾ ਕਬਹੂ ਹੋਈ। ਪਰ ਤ੍ਰਿਪਤੀ ਨਹੀਂ ਆਉਂਦੀ ਸੀ ਉਹਨੂੰ। ਤ੍ਰਿਪਤੀ ਕਿਵੇਂ ਆਏਗੀ? ਦੇਖੋ ਚੋਰੀ ਹੈਗੀ ਆ, ਜਿਹੜਾ ਸਮਾਜ ਤੋਂ ਬਚ ਕੇ ਜਿਹੜਾ ਹੈਗਾ
ਉਹਦੇ ਨਾਲ ਤ੍ਰਿਪਤੀ ਕੀ ਮਤਲਬ ਡਰ ਰਹੇਗਾ। ਡਰ ਦੇ ਨਾਲ ਕਿਸ ਤਰੀਕੇ ਨਾਲ ਤ੍ਰਿਪਤੀ ਹੋਏਗੀ। ਔਰ ਇਹ ਖਾਲੀ ਜਿਹੜਾ ਹੈਗਾ ਐਗਜ਼ਾਮਪਲ ਹੈਗਾ ਬਾਹਰਲੀ, ਅੰਦਰਲੀ ਇਹ ਅੰਦਰ ਜਿਹੜਾ ਹੈਗਾ ਇਹ ਮਾਲਕ ਪਰਮਾਤਮਾ ਦੀ ਗੱਲ ਹੈ। ਆਪਾਂ ਵੀ ਵਿਧਵਾ ਹੈਗੇ ਹਾਂ, ਆਪਾਂ ਵੀ ਆਪਣਾ ਤਨ ਜਿਹੜਾ ਹੈਗਾ ਇਹਨੂੰ ਮਾਇਆ ਨੂੰ ਦਿੱਤਾ ਹੋਇਆ, ਆਪਾਂ ਨੇ ਆਪਣੇ ਤਨ ਨੂੰ ਮਾਇਆ ਨੂੰ ਦਿੱਤਾ ਹੋਇਆ। ਆਪਾਂ ਨੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਮਾਇਆ ਵੱਲ ਨੂੰ ਜਾ ਰਹੀਆਂ, ਭੋਗ ਵਿਲਾਸਾਂ ਵੱਲ ਜਾ ਰਹੀਆਂ। ਕਾਮ ਦਾਮ ਚਿੱਤ ਪਰ ਵਸ ਸਹੀ, ਆਪਣਾ ਵੀ ਕਾਮ ਦੇ ਵਸ ਔਰ ਦਾਮ ਦੇ ਵਸ ਜਿਹੜਾ ਹੈਗਾ ਮਾਇਆ ਦੇ ਪਦਾਰਥਾਂ ਦੇ ਵਸ, ਪੈਸੇ ਦੇ ਵਾਸਤੇ ਆਪਾਂ ਨੇ ਚਿੱਤ ਮਾਇਆ ਨੂੰ ਦਿੱਤਾ ਹੋਇਆ। ਮਾਇਆ ਕੰਟਰੋਲਰ ਹੈਗੀ ਆਪਣਾ ਮਨ ਜਿਹੜਾ ਹੈਗਾ ਪੂਰਾ ਇਹਨਾਂ ਦੇ ਵਸ ਹੈਗਾ। ਬਿਨ ਫਿਰ ਤ੍ਰਿਪਤ ਨਾ ਕਬਹੂ ਹੋਈ, ਬਗੈਰ ਮਾਲਕ ਤੋਂ ਤ੍ਰਿਪਤੀ ਹੋ ਹੀ ਨਹੀਂ ਸਕਦੀ। ਆਪਣਾ ਫਿਰ ਪਰਮਾਤਮਾ ਹੈ, ਮਾਲਕ ਅੰਦਰ ਬੜੇ ਬਗੈਰ ਗਤੀ ਕੀਤੇ ਬਗੈਰ ਸੁਰਤ ਆਤਮਾ ਦੇ ਵਿੱਚ ਟਿਕਾਏ ਬਗੈਰ ਤ੍ਰਿਪਤੀ ਹੋਣੀ ਅਸੰਭਵ ਹੈਗੀ। ਪੜ੍ਹ ਪੋਥੀ ਸਿਮਰਤ ਪਾਠਾ, ਖਾਲੀ ਜਿਹੜਾ ਹੈਗਾ ਦੇਖ ਲਓ, ਜੇ ਆਪਾਂ ਖਾਲੀ ਪੜ੍ਹੀ ਜਾ ਰਹੇ ਹਾਂ। ਪੋਥੀ ਪਰਮੇਸ਼ਰ ਦਾ ਥਾਨ, ਇਹ ਪੋਥੀ ਇੱਥੇ ਵੀ ਆਇਆ ਦੇਖ ਲਓ। ਇਹ ਖਾਲੀ ਸਿਮਰਤੀਆਂ ਪਾਠ ਇਹਨਾਂ ਦੀ ਗੱਲ ਨਹੀਂ ਹੋ ਰਹੀ, ਸਾਰਾ ਗਿਆਨ ਜਿਹੜਾ ਹੈਗਾ ਉਹਦੀ ਗੱਲ ਹੋ ਰਹੀ ਹੈ। ਇਹ ਧਿਆਨ ਇਹ ਜਿਹੜਾ ਹੈਗਾ ਲਿਵ ਵਾਲੇ ਰਸਤੇ 'ਤੇ ਜੋ ਗਿਆਨ ਲੈਣਾ ਆਪਾਂ ਨੇ, ਕਹਿੰਦੇ ਖਾਲੀ ਗਿਆਨ ਨੂੰ ਲਈ ਜਾਏਗਾ, ਇਹਦੇ ਪਾਠ ਹੀ ਕਰੀ ਜਾਏਗਾ। ਪੜ੍ਹ ਪੋਥੀ ਸਿਮਰਤ ਪਾਠਾ, ਵੇਦ ਪੁਰਾਣ ਪੜ੍ਹੇ ਸੁਣੇ ਥਾਟਾ, ਕਹਿੰਦੇ ਵੇਦ ਪੁਰਾਣ ਪੜ੍ਹ ਕੇ ਗਿਆਨੀ ਬਣ ਜਾਏਗਾ, ਥਾਟ ਬਣ ਜਾਏਗਾ ਤੇਰਾ। ਲੋਕੀ ਤੇਰਾ ਰਿਸਪੈਕਟ ਕਰਨ ਲੱਗ ਪੈਣਗੇ ਵੀ ਬੜਾ ਜੀ ਬੜੇ ਅਰਥ ਕਰਦੇ ਆ, ਬੜੇ ਜੀ ਬੜਾ ਗਿਆਨ ਹੈ ਇਹਨਾਂ ਨੂੰ। ਕੀ ਹੋ ਜਾਊਗਾ ਕਹਿੰਦੇ ਬਿਨ ਰਸ ਰਾਤੇ ਮਨ ਬਹੁ ਨਾਟਾ, ਕਹਿੰਦੇ ਅੰਮ੍ਰਿਤ ਰਸ ਤੱਕ ਪਹੁੰਚਿਆ ਹੀ ਨਹੀਂ, ਆਪ ਕਮਾਈ ਕੀਤੀ ਹੀ ਨਹੀਂ ਹੈ। ਆਪ ਤਾਂ ਜਿਹੜਾ ਹੈਗਾ ਗਿਆਨ ਇੰਦਰੀਆਂ ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਬਾਹਰ ਮੁਖੀ ਹੈਗੀਆਂ। ਕਹਿੰਦੇ ਕਿ ਇਹ ਤਾਂ ਨਾਟਕ ਆ, ਕਹਿੰਦੇ ਨੱਚ ਰਿਹਾ ਹੈ ਤੂੰ ਮਾਇਆ ਦੇ ਹੱਥੋਂ। ਪੜ੍ਹ ਪੋਥੀ ਕੌਣ ਕਹਿ ਰਿਹਾ? ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ। ਆ ਕਿੱਥੇ ਆ ਸ਼ਬਦ ਆ, ਇਹਨਾਂ ਦੀ ਵਿਚਾਰ ਕਿੱਥੇ ਹੈਗੀ ਭਾਈ? ਵੀ ਬਾਣੀ 'ਚ ਆ ਵੀ ਲਿਖਿਆ ਹੋਇਆ ਭਾਈ। ਵਾਹਿਗੁਰੂ ਜੀ। ਹਾਂਜੀ, ਇਹਦਾ ਮਤਲਬ ਆਪਾਂ ਸਾਰੇ ਜਿੰਨੇ ਆ ਵਿਚਾਰ ਸੁਣਦੇ ਆ, ਜੇ ਧਿਆਨ ਸੁਣਨ ਨਹੀਂ ਕਰਦੇ, ਸਾਡੇ ਲਈ ਵੀ ਇਹ ਨਾਟਕ ਹੀ ਹੈ। ਬਿਲਕੁਲ ਸਹੀ, ਬਿਲਕੁਲ ਵੀਰ ਜੀ, ਇਹ ਤਾਂ ਬਿਲਕੁਲ ਦੇਖੋ ਹੁਣ ਤੁਸੀਂ ਮੇਰੇ ਮੂੰਹ ਦੀ ਗੱਲ ਕੱਢਦੀ ਆ, ਅੰਦਰ ਦੀ ਗੱਲ ਆ ਗਈ ਆ। ਬਿਲਕੁਲ ਸਹੀ ਗੱਲ ਹੈਗੀ, ਬਿਲਕੁਲ ਵੀਰ ਜੀ। ਦੇਖੋ ਜੀਵਨ ਆਪਣਾ ਹੈ, ਬਹੁਤ ਅਮੁੱਲ ਜੀਵਨ ਪਾਇਆ ਆਪਾਂ ਨੇ। ਕਦ ਤੱਕ ਵੀਰ ਜੀ, ਕਦ ਤੱਕ ਜਿਹੜਾ ਹੈਗਾ ਪੁਜਾਰੀਆਂ ਦਾ ਜਿਹੜਾ ਹੈਗਾ ਪਸੀਨਾ ਗੁਲਾਬ ਹੋਊਗਾ? ਕਦ ਤੱਕ ਜਿਹੜੇ ਆਪਾਂ ਨਹੀਂ ਵਿਚਾਰਾਂਗੇ? ਕਦ ਤੱਕ ਇਹਨਾਂ ਦੇ ਭਰੋਸੇ ਤੇ ਰਵਾਂਗੇ ਆਪਾਂ? ਹੁਣ ਨਹੀਂ ਪਾਏਗਾ। ਸਾਨੂੰ ਕਿਹੜਾ ਕੋਈ ਲਾਇਸੈਂਸ ਮਿਲ ਗਿਆ ਵੀਰ ਜੀ, ਹੈ ਨਾ? ਹੈ ਕੀ ਕਹਿ ਰਹੇ? ਸਾਨੂੰ ਕਿਹੜਾ ਕੋਈ ਲਾਇਸੈਂਸ ਮਿਲ ਗਿਆ? ਕਾਹਦਾ ਲਾਇਸੈਂਸ? ਵੀ ਉਹਨਾਂ ਨੂੰ ਭੰਡਤਾ ਤੇ ਸਾਨੂੰ ਲਾਇਸੈਂਸ ਦੇ ਗਏ, ਹੈ ਨਾ, ਵੀ ਤੁਸੀਂ ਕਰੀ ਜਾਓ। ਬਸ ਦੇਖੋ ਇਹੀ ਗੱਲ ਆ ਨਾ ਭਾਈ, ਕਿ ਆਪਾਂ ਨੂੰ ਬਾਣੀ ਜੋ ਕਹਿ ਰਹੀ ਹੈ ਭਾਈ, ਉਹ ਆਪਾਂ ਨੂੰ ਉਸ ਸੱਚਾਈ ਤੇ ਆਉਣਾ ਪਊਗਾ। ਜਦ ਤੱਕ ਇਹਨੂੰ ਆਪਣੇ ਅੰਦਰ ਆਪਣੇ ਆਪਾਂ ਰੂਟੀਨ ਦੇ ਵਿੱਚ ਜਿਹੜਾ ਹੈਗਾ ਆਪਣਾ ਪ੍ਰੈਕਟੀਕਲ ਦੇ ਵਿੱਚ ਨਹੀਂ ਲੈ ਕੇ ਆਉਂਦੇ, ਗੱਲ ਬਣੇਗੀ ਨਹੀਂ। ਪੜ੍ਹ ਪੋਥੀ ਸਿਮਰਤ ਪਾਠਾ, ਵੇਦ ਪੁਰਾਣ ਪੜ੍ਹੈ ਸੁਣੇ ਥਾਟਾ, ਬਿਨ ਰਸ ਰਾਤੇ ਮਨ ਬਹੁ ਨਾਟਾ। ਜਿਉਂ ਚਾਤਰਿਕ ਜਲ ਪ੍ਰੇਮ ਪਿਆਸਾ, ਆਖਰੀ ਦੇ ਵਿੱਚ ਜਿਹੜਾ ਹੈਗਾ ਹੁਣ ਦੱਸ ਰਹੇ ਭਾਈ, ਆਹ ਚੀਜ਼ ਚਾਹੀਦੀ ਸੀਗੀ। ਜਿਵੇਂ ਚਾਤਰਿਕ ਨੂੰ ਸ਼ਾਂਤੀ ਦੀ ਬੂੰਦ ਦੇ ਵਾਸਤੇ ਪਿਆਸ ਹੁੰਦੀ ਆ, ਸ਼ਾਂਤੀ ਦੀ ਬੂੰਦ ਦੇ ਵਾਸਤੇ ਕਿਵੇਂ ਜਿਹੜਾ ਹੈਗਾ ਰਾਤ ਦਿਨ ਲੱਗਿਆ ਰਹਿੰਦਾ ਹੈ। ਜਿਉਂ ਚਾਤਰਿਕ ਜਲ ਪ੍ਰੇਮ ਪਿਆਸਾ ਹੈ, ਪ੍ਰੇਮ ਹੋਣਾ ਹੈ ਅੰਦਰ ਮਾਲਕ ਪਰਮਾਤਮਾ ਦੇ ਵਾਸਤੇ, ਅੰਮ੍ਰਿਤ ਦੇ ਵਾਸਤੇ, ਇਸ ਜਿਹੜਾ ਹੈਗਾ ਭਗਤੀ ਦੇ ਪ੍ਰੇਮਾ ਭਗਤੀ ਦੇ ਵਾਸਤੇ। ਜਿਉਂ ਚਾਤਰਿਕ ਜਲ ਪ੍ਰੇਮ ਪਿਆਸਾ, ਜਿਉਂ ਮੀਨਾ ਜਲ ਮਾਹੇ ਉਲਾਸਾ। ਜਿਸ ਤਰ੍ਹਾਂ ਮੱਛੀ ਪਾਣੀ ਦੇ ਵਿੱਚ ਖੁਸ਼ ਰਹਿੰਦੀ ਹੈ, ਇਸੇ ਤਰੀਕੇ ਦੇ ਨਾਲ ਆਪਾਂ ਵੀ ਜਿਹੜਾ ਹੈਗਾ ਆਪਾਂ ਨੂੰ ਇਸ ਤਰ੍ਹਾਂ ਮੱਛੀ ਵਾਂਗੂ ਜਿਹੜਾ ਹੈਗਾ ਅੰਦਰ ਖੁਸ਼ੀ ਪੈਦਾ ਹੋਏ ਭਗਤੀ ਦੇ ਦੁਆਰਾ। ਜਿਉਂ ਚਾਤਰਿਕ ਜਲ ਪ੍ਰੇਮ ਪਿਆਸਾ, ਜਿਉਂ ਮੀਨਾ ਜਲ ਮਾਹੇ ਉਲਾਸਾ। ਨਾਨਕ ਹਰ ਰਸ ਪੀ ਤ੍ਰਿਪਤਾਸਾ। ਹਾਂ ਦੇਖ ਲਓ ਭਾਈ, ਹਰ ਰਸ ਕਲੀਅਰ ਕੱਟ ਲਿਖਿਆ ਹੋਇਆ, ਰਸ ਤੇ ਔਂਕੜ ਲੱਗੀ ਹੋਈ ਹੈ, ਇਹ ਮਨ ਨੇ ਪੀਣਾ ਹੈ। ਨਾਨਕ ਹਰ ਰਸ ਪੀ ਤ੍ਰਿਪਤਾਸਾ, ਤ੍ਰਿਪਤੀ ਇਹਦੇ ਨਾਲ ਹੋਣੀ ਹੈ ਭਾਈ। ਹਾਂਜੀ 11 ਹੋ ਗਏ, ਥੋੜਾ ਸਮਾਂ ਜ਼ਿਆਦਾ ਹੋ ਗਿਆ, ਭੁੱਲਾਂ ਚ ਕਰਨ ਖਿਮਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ। ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ ਬੇਨਤੀ ਸੀ ਕਿ ਜਦੋਂ ਆਪਾਂ ਸਮਾਪਤੀ ਵੇਲੇ ਕਰਦੇ ਹਾਂ ਧਿਆਨ ਸਿਮਰਨ, ਹਾਂਜੀ ਸ਼ੁਰੂ ਚ ਵੀ 1-2 ਮਿੰਟ ਕਰ ਲਿਆ ਕਰੀਏ ਤਾਂ ਕਿ ਫਿਰ ਨਾਲ ਤਾਂ ਇਹ ਵਿਚਾਰ ਸੁਣੀ ਚੱਲਾਂਗੇ। ਜਿਹੜੇ ਫਿਰ ਮੇਰਾ ਬੜਾ ਸਿਮਰਨ ਵਾਲੇ ਪਾਸੇ ਲੱਗਣਗੇ ਉਹ ਲੱਗਿਆ ਰਹਿਣਗੇ ਘੰਟਾ ਭਰ। ਹਾਂਜੀ ਹਾਂਜੀ ਬਿਲਕੁਲ ਵਧੀਆ ਜੀ। ਮੈਂ ਜਦ ਤੱਕ ਜਿਹੜਾ ਨਾ ਇਹ ਐਡਮਿਟ ਕਰਦਾ ਹੁੰਦਾ ਉਨੀ ਦੇਰ ਤੱਕ ਜਿਹੜਾ ਹੈਗਾ ਕੋਈ ਤੋ ਜੀ ਆਵਾਜ਼ ਟੁੱਟ ਰਹੀ, ਦੁਬਾਰਾ ਬੋਲਿਓ। ਇਹ ਨਾ ਪਰਮਿੰਦਰ ਜੀ ਮਾਈਕ ਬੰਦ ਕਰ ਦਿਓ ਆਪਣਾ। ਪਰਮਿੰਦਰ ਜੀ ਹਾਂਜੀ ਉਹ ਮੈਂ ਕਹਿ ਰਿਹਾ ਸੀਗਾ ਕਿ ਜਿਹੜਾ ਹੈਗਾ ਮੈਨੂੰ ਐਡਮਿਟ ਕਰਨਾ ਪੈਂਦਾ ਨਾ ਸ਼ੁਰੂ 'ਚ, ਜਿਹੜਾ 10 ਕੁ ਮਿੰਟ ਜਿਹੜੇ ਹੈਗੇ ਸਾਰੇ ਆਏ ਜਾਂਦੇ ਉਹਨਾਂ ਨੂੰ ਪਾਰਟੀਕੂਲਰ ਐਡਮਿਟ ਕਰਨਾ ਪੈਂਦਾ। ਮੇਰਾ ਧਿਆਨ ਉਸ ਪਾਸੇ ਰਹਿੰਦਾ ਹੈ ਅਤੇ ਨਾਲ ਜਿਹੜਾ ਹੈਗਾ ਫਿਰ ਇੱਧਰੋਂ ਰਿਕਾਰਡਿੰਗ ਚਾਲੂ ਕਰਨੀ ਆ, ਸਾਰਾ ਕਰਨਾ ਹੁੰਦਾ। ਅਤੇ ਕੋਈ ਜਿਹੜਾ ਹੈਗਾ ਆਪਣੇ ਵਿੱਚੋਂ ਜਿਹੜਾ ਉਹ ਸ਼ੁਰੂ ਕਰ ਦੇ ਅਤੇ ਉਹਨੂੰ ਆਪਾਂ ਸੁਣਦੇ ਜਾਇਆ ਕਰੀਏ। ਐਵੇਂ ਹੋ ਸਕਦਾ ਜੇ। ਹਾਂਜੀ ਠੀਕ ਹੈ ਵੀਰ ਜੀ, ਜਿਸ ਤਰ੍ਹਾਂ ਤੁਸੀਂ ਕਹੋ। ਹਾਂ ਇਸ ਤਰ੍ਹਾਂ ਜਿਹੜਾ ਹੈਗਾ, ਜਾਂ ਕੋਈ ਜਿਹੜਾ ਹੈਗੇ ਕੋਈ ਸੇਵਾ ਲੈ ਲੈ ਅਤੇ ਬਦਲ ਕੇ ਕਰਦੇ ਰਹੀਏ, ਜਾਂ ਮੈਂ ਵੀ ਸ਼ੁਰੂ ਕਰ ਦੂੰਗਾ। ਪਰ ਜਿਹੜਾ ਹੈਗਾ ਮੇਰਾ ਫਿਰ ਜਿਹੜਾ ਹੈਗਾ ਸੁਰਤ ਜਿਹੜੀ ਹੈਗੀ ਉਹ ਥੋੜ੍ਹਾ ਡਿਸਟਰਬਡ ਰਹੇਗੀ। ਜਿਸ ਤਰ੍ਹਾਂ ਤੁਸੀਂ ਠੀਕ ਸੋ, ਮੇਰੇ ਮਨ 'ਚ ਇਸ ਇੱਛਾ ਸੀ ਵੀ ਸ਼ੁਰੂ 'ਚ ਵੀ ਕਰਦਾ ਕਰੋ ਤਾਂ ਅਖੀਰ 'ਚ ਵੀ। ਚਲੋ ਹਾਂਜੀ ਕਰੋ। ਆਪਾਂ ਸ਼ੁਰੂ ਕਰਾਂਗੇ ਵੀਰ ਜੀ, ਕੋਸ਼ਿਸ਼ ਕਰਾਂਗੇ। ਕੱਲ੍ਹ ਨੂੰ ਦੇਖਦੇ ਹਾਂ ਆਪਾਂ। ਠੀਕ ਕਰੋ ਭਾਈ। ਹਾਂਜੀ ਅਤੇ ਨਾਲੇ ਜਿਹੜਾ ਹੈ ਨਾ ਮੇਰਾ ਜਿਹੜਾ ਇਹ ਸਾਡਾ ਅਸੀਂ ਸਿਰਫ ਜਿਹੜਾ ਹੈਗਾ ਨਾ ਸਾਡਾ ਸਟਰੈਸ ਇਸ ਵਾਸਤੇ ਹੁੰਦੀ ਹੈ ਕਿ ਬਈ ਜਿਹੜਾ ਹੈਗਾ ਹੁਣ ਐਟਲੀਸਟ ਜਿਹੜਾ ਹੈਗਾ ਇਸ ਪਾਸੇ ਆਪਾਂ ਆ ਜਾਈਏ। ਹੋਰ ਸਾਨੂੰ ਕੋਈ ਉਹ ਨਹੀਂ ਹੈਗਾ ਕਿਸੇ ਨਾਲ ਕੁਛ ਜਿਹੜਾ ਹੈਗਾ। ਬਸ ਇੰਨੀ ਕੁ ਬੇਨਤੀ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ